गुरु नानक पद पंकज बंदन, पद पंकज बंदन। सिमरौ अंगद दुख निकंदन। अमरदास हृदय नित ध्याऊं, हृदय नित ध्याऊं। रामदास गुरु गुण गाऊं। गुरु अर्जन बिघनन के नाशक, बिघनन के नाशक। हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहुरी। तेग बहादुर परम कृपाला, परम कृपाला। श्री गुरु गोबिंद सिंह विसाला। धरों तरा पर पुन पुन सीसा, पुन पुन सीसा। बंदों बार बार जगदीशा। जिसमें अमृत ज्ञान है, मानक भगत वैराग। श्री गुरु ग्रंथ साहिब उतद, बंदों कर अनुराग। एक ओंकार सतगुरु, ते प्रसाद सच होए। वाहेगुरु जी की फतेह। विघ्न विनाशन सोए। गुरु नानक पुरुषोत्तमं, पर्व परावर नाथ। जुगल चरण मम बंदना, तर पर तर कर माथ। जुगल चरण मम बंदना, तर पर तर कर माथ। सतनाम श्री वाहेगुरु साहिब जीओ। मरे जंग मैं देव लोके पधारे। रहे कीर्ति ले पले सत्र मारा। करे तार तोरे समूह तकाए। बरुंदन सगोरी पलीते मिलाए। ग्यारह जहूर हाजरा हजूर, सर्व कला भरपूर। चवर छतर तखत दे मालक, दसां पातशाहियां दी जोत। जुगो जुग अटल धन धन साहिब श्री गुरु ग्रंथ साहिब जी दी पवित्र पावन हजूरी अंदर विराजमान परम सन्मान योग गुरु की साजी नवाजी साध संगत जी। आप जी वडभागे हो। गुरु साहिब जी की पावन हजूरी अंदर बैठ करके गुरबाणी का मनोहर कीर्तन सरवण करते हुए अपना जन्म सफल बना रहे हो।
ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੀਏ ਭਾਈ ਹਰਜੀਤ ਸਿੰਘ ਜੀ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਕਿ ਯੁੱਧ ਵਿੱਚ ਜਿਹੜੇ ਸਿੰਘ ਸ਼ਹੀਦ ਹੋ ਗਏ ਸਨ, ਉਹਨਾਂ ਨੂੰ ਖਾਲਸੇ ਨੇ ਸੰਭਾਲ ਕੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਹੈ। ਜਿਹੜੇ ਜ਼ਖਮੀ ਹੋ ਗਏ ਸਨ, ਉਹਨਾਂ ਦੀ ਸੇਵਾ ਵਿੱਚ ਵੈਦ ਲੱਗ ਗਏ ਨੇ। ਉਦੈ ਸਿੰਘ ਜਿਹੜਾ ਵੱਡਾ ਸੂਰਬੀਰ ਬਹਾਦਰ ਸੀ, ਉਹ ਕੇਸਰੀ ਚੰਦ ਦੇ ਸਿਰ ਨੂੰ ਨੇਜੇ ਵਿੱਚ ਪਰੋ ਕੇ ਹਿਰਦੇ ਵਿੱਚ ਵੱਡਾ ਆਨੰਦ ਧਾਰ ਕੇ ਜੰਗ ਦੇ ਮੈਦਾਨ ਵਿੱਚੋਂ ਚੱਲੇ। ਔਰ ਜਿੱਥੇ ਗੁਰੂ ਸਾਹਿਬ ਜੀ ਉੱਚੇ ਸਥਾਨ ਤੇ ਬੈਠ ਕੇ ਇਹ ਜੰਗ ਦੇਖ ਰਹੇ ਸਨ, ਉੱਥੋਂ ਸਤਿਗੁਰੂ ਜੀ ਥੱਲੇ ਉਤਰੇ ਨੇ ਤੇ ਉਹ ਆਪਣੇ ਘਰ ਵਿੱਚ ਬੈਠ ਗਏ। ਸਿੱਖ ਸੇਵਕ ਉਹਨਾਂ ਦੇ ਚਾਰੇ ਪਾਸੇ ਬੈਠੇ ਹੋਏ ਸਨ। ਇੰਨੀ ਦੇਰ ਨੂੰ ਭਾਈ ਉਦੈ ਸਿੰਘ ਆ ਗਿਆ। ਸਤਿਗੁਰੂ ਜੀ ਨੂੰ ਭਾਈ ਉਦੈ ਸਿੰਘ ਨੇ ਫਤਿਹ ਬੁਲਾਈ। ਪਲੰਗ ਦੇ ਕੋਲ ਕੇਸਰੀ ਚੰਦ ਦਾ ਸਿਰ ਸੁੱਟ ਦਿੱਤਾ ਤੇ ਸਾਰੇ ਕੇਸਰੀ ਚੰਦ ਦੇ ਸਿਰ ਨੂੰ ਦੇਖ ਰਹੇ ਸਨ। ਉਹਦੇ ਪਟੇ ਖਿਲਰੇ ਹੋਏ ਸਨ। ਉਹਦੇ ਕੰਨਾਂ ਦੇ ਵਿੱਚ ਬਹੁਤ ਕੀਮਤੀ ਮੋਤੀਆਂ ਵਾਲੇ ਕੁੰਡਲ ਲਟਕ ਰਹੇ ਸਨ। ਮੱਥਾ ਉਹਦਾ ਵਿਸ਼ਾਲ ਸੀ, ਅੱਖਾਂ ਉਹਦੀਆਂ ਬੰਦ ਸਨ। ਦਾੜੀ ਤੇ ਮੁੱਛਾਂ ਦੀ ਬੜੀ ਸ਼ੋਭਾ ਸੀ। ਉਸ ਸਮੇਂ ਗੁਰੂ ਸਾਹਿਬ ਜੀ ਨੇ ਜੋੜਾ ਪਹਿਨਿਆ ਹੋਇਆ ਸੀ ਪੈਰਾਂ ਵਿੱਚ ਤੇ ਪਲੰਗ ਤੇ ਬੈਠੇ ਸਨ ਤੇ ਪੈਰ ਥੱਲੇ ਰੱਖੇ ਹੋਏ ਸਨ ਜ਼ਮੀਨ ਦੇ ਉੱਤੇ। ਗੁਰੂ ਜੀ ਦੋਵੇਂ ਲੱਤਾਂ ਲਮਕਾ ਕੇ ਪੈਰ ਜ਼ਮੀਨ ਤੇ ਰੱਖ ਕੇ ਬੈਠੇ ਹੋਏ ਸਨ। ਗੁਰੂ ਜੀ ਨੇ ਫਿਰ ਜਦੋਂ ਦੇਖਿਆ ਕੇਸਰੀ ਚੰਦ ਦਾ ਸਿਰ ਪਿਆ ਤੇ ਜੁੱਤੀ ਦੇ ਨਾਲ ਸਿਰ ਨੂੰ ਠੋਕਰ ਮਾਰੀ ਹੈ। ਕਹਿੰਦੇ ਇਹ ਮਹਾਦੁਸ਼ਟ ਵੈਰੀ ਨੂੰ ਸਿੰਘਾਂ ਨੇ ਯੁੱਧ 'ਚ ਮਾਰ ਲਿਆ। ਜਿਹੜਾ ਵੈਰੀ ਮਾਰਨ ਦੇ ਉਚਿਤ ਹੈ ਉਸ ਨੂੰ ਮਾਰੋ। ਇਸ ਤਰ੍ਹਾਂ ਸਾਰੇ ਦੁਸ਼ਟ ਖਤਮ ਕਰ ਦਿਓ। ਫਿਰ ਭਾਈ ਉਦੈ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਜੀ ਆਪ ਜੀ ਦਾ ਬੜਾ ਉੱਚਾ ਪ੍ਰਤਾਪ ਹੈ। ਇਹਨੇ ਵਿੱਚ ਭਾਈ ਬਚਿੱਤਰ ਸਿੰਘ ਵੀ ਪਹੁੰਚ ਗਿਆ। ਉਹਨੇ ਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਔਰ ਗੁਰੂ ਜੀ ਅਤੇ ਸਾਰੇ ਸਿੰਘਾਂ ਨੂੰ ਫਤਿਹ ਬੁਲਾਈ ਹੈ, ਜਿਹੜੇ ਸਿੰਘ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਨ। ਫਿਰ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਇਹ ਸਾਰੇ ਆ ਗਏ ਨੇ। ਇਹਨਾਂ ਤੋਂ ਇਲਾਵਾ ਹੋਰ ਵੀ ਸਿੰਘ ਆਏ। ਫਿਰ ਭਾਈ ਬਚਿੱਤਰ ਸਿੰਘ ਨੇ ਹਾਥੀ ਵਾਲੀ ਸਾਰੀ ਗੱਲ ਦੱਸੀ। ਸਤਿਗੁਰੂ ਆਪ ਜੀ ਦੀ ਕਿਰਪਾ ਦੇ ਨਾਲ ਜਦੋਂ ਹਾਥੀ ਦੇ ਮੱਥੇ ਵਿੱਚ ਬਰਛਾ ਮਾਰਿਆ, ਫਿਰ ਘੁਮਾ ਕੇ ਉਹਨੂੰ ਜ਼ੋਰ ਨਾਲ ਖਿੱਚ ਕੇ ਕੱਢਿਆ। ਲਹੂ ਦਾ ਫੁਹਾਰਾ ਫੁੱਟਿਆ। ਹਾਥੀ ਚੀਕਾਂ ਮਾਰ ਕੇ ਪਿੱਛੇ ਦੌੜ ਗਿਆ। ਕਈਆਂ ਨੂੰ ਕਿਰਪਾਨ ਦੇ ਨਾਲ ਬੱਧੀ ਹੋਈ, ਸੁੰਡ ਦੇ ਨਾਲ ਬੱਧੀ ਹੋਈ ਕਿਰਪਾਨ ਦੇ ਨਾਲ ਮਾਰ ਰਿਹਾ ਸੀ ਤੇ ਕਈਆਂ ਨੂੰ ਪੈਰਾਂ ਥੱਲੇ ਲਿਤੜ ਕੇ ਉਹ ਮਾਰ ਰਿਹਾ ਸੀ। ਕਹਿੰਦੇ ਇਸ ਤਰ੍ਹਾਂ ਜਿਹੜੇ ਪਹਾੜੀ ਸਨ, ਉਹਨਾਂ ਨੇ ਆਪਣੇ ਉਤਸ਼ਾਹ ਨੂੰ ਹਾਰ ਕੇ ਮਾਨੋ ਦੰਦਾਂ ਵਿੱਚ ਘਾਹ ਲੈ ਲਏ। ਇਸ ਪ੍ਰਕਾਰ ਸਿੰਘਾਂ ਨੂੰ ਸੁਣਾ ਕੇ ਹਿਰਦੇ ਦੇ ਆਨੰਦ ਨੂੰ ਵਧਾਉਂਦੇ ਸਨ। ਗੁਰੂ ਜੀ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਸਾਰਿਆਂ ਉੱਤੇ ਆਪਣੀ ਖੁਸ਼ੀ ਕਰਦੇ ਸਨ।
ਜਿਨ੍ਹਾਂ ਜਿਨ੍ਹਾਂ ਨੂੰ ਜ਼ਖਮ ਲੱਗੇ ਸਨ ਉਹਨਾਂ ਨੂੰ ਸਾਲ ਪੱਤਰ ਦਿੱਤੇ ਗਏ। ਸਾਰਿਆਂ ਦੇ ਸਰੀਰ ਦੀ ਪੀੜਾ ਦੂਰ ਕੀਤੀ ਹੈ। ਸਿੰਘ ਥਕਾਵਟ ਰਹਿਤ ਹੋ ਗਏ। ਕਿਲੇ ਦੇ ਅੰਦਰ ਜਿਹੜੇ ਘਾਇਲ ਸਨ ਸਾਰਿਆਂ ਤੱਕ ਸਾਲ ਪੱਤਰ ਭੇਜਿਆ। ਗੁਰੂ ਜੀ ਦੀ ਕਿਰਪਾ ਦੇ ਨਾਲ ਸੰਕਟ ਦੂਰ ਹੋ ਗਿਆ। ਕਹਿੰਦੇ ਸਾਰਿਆਂ ਨੂੰ ਆਰਾਮ ਬਖਸ਼ਿਆ ਗੁਰੂ ਸਾਹਿਬ ਜੀ ਨੇ। ਸਵੇਰ ਹੋਣ ਤੱਕ ਸਾਰਿਆਂ ਦੇ ਜ਼ਖਮ ਮਿਲ ਗਏ। ਗੁਰੂ ਜੀ ਨੇ ਆਪਣੀ ਕਿਰਪਾ ਕੀਤੀ। ਯੁੱਧ ਵਿੱਚ ਲੜਾਈ ਕਰਦੇ ਸਮੇਂ ਜਿਹੜੇ ਸ਼ਹੀਦ ਹੋ ਗਏ ਸਨ ਉਹਨਾਂ ਦੀਆਂ ਵੀ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਨਿਸ਼ਕਾਮੀ ਨੂੰ ਮੁਕਤੀ ਦਿੱਤੀ, ਸਾਰੇ ਉਹਦੇ ਬੰਧਨ ਕੱਟ ਦਿੱਤੇ। ਤੇ ਜਿਹੜਾ ਕਾਮਨਾ ਸਹਿ ਸੀ ਸਹਿ ਕਾਮੀ ਉਹਨੂੰ ਵੀ ਸਵਰਗਾਂ ਦਾ ਸੁੱਖ ਦਿੱਤਾ। ਬਹੁਤ ਵਿਧੀਆਂ ਨਾਲ ਸੁੱਖਾਂ ਦੇ ਭੰਡਾਰੇ ਬਖਸ਼ੇ ਨੇ ਗੁਰੂ ਸਾਹਿਬ ਜੀ ਨੇ। ਉਧਰ ਪਹਾੜੀ ਰਾਜਿਆਂ ਬਾਰੇ ਕਵੀ ਜੀ ਕਹਿੰਦੇ ਸੁਣੋ। ਕਹਿੰਦੇ ਸਾਰੇ ਆਪਣੇ ਆਪਣੇ ਡੇਰਿਆਂ ਵਿੱਚ ਚਲੇ ਗਏ। ਕੇਸਰੀ ਚੰਦ ਮਾਰਿਆ ਗਿਆ। ਸਾਰਿਆਂ ਨੇ ਬੜਾ ਦੁੱਖ ਉਤਪੰਨ ਕੀਤਾ ਹੈ। ਭੀਮ ਚੰਦ ਆਪਣੇ ਡੇਰੇ ਵਿੱਚ ਬੈਠਾ ਸੀਗਾ, ਸੋਚ ਰਿਹਾ ਸੀ ਕਿ ਕੁਝ ਵੀ ਸਰਿਆ ਨਹੀਂ। ਭਰਾ ਤੇ ਬਹੁਤ ਸੈਨਾ ਮਰਵਾ ਲਈ ਹੈ। 22 ਧਾਰ ਦੇ ਮਨੁੱਖ ਆਏ, ਪ੍ਰਜਾ ਸਹਿਤ ਉਹਨਾਂ ਦੇ ਨਾਲ ਬੜੇ ਯੋਧੇ ਆਏ। ਜਮਤੁੱਲਾ ਭਾਊ ਵਰਗੇ ਉਹ ਲੜ ਲੜ ਕੇ ਮਰ ਗਏ। ਅੱਜ ਸਾਰੇ ਪਹਾੜੀ ਰਾਜਿਆਂ ਦਾ ਸਲਾਹਕਾਰ ਕੇਸਰੀ ਚੰਦ ਮਰ ਗਏ। ਪਹਾੜੀ ਰਾਜਿਆਂ ਵਿੱਚ ਕੇਸਰੀ ਚੰਦ ਵਰਗਾ ਕੋਈ ਯੋਧਾ ਨਹੀਂ ਹੈ ਜਿਹੜਾ ਇੰਨਾ ਵੱਡਾ ਯੁੱਧ ਲੜ ਸਕੇ। ਇਹ ਭੀਮ ਚੰਦ ਸੋਚ ਰਿਹਾ ਹੈ। ਉਧਰ ਘਾਇਲ ਹੋਇਆ ਰਾਜਾ ਹੰਡੂਰੀ ਆਇਆ, ਜਿਸ ਨੂੰ ਠਾਕੁਰ ਨੇ ਮਰਨ ਤੋਂ ਬਚਾ ਲਿਆ। ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜ ਕੇ ਜਿੱਤ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ। ਹੁਣ ਗੁਰੂ ਨੂੰ ਜਿੱਤਣਾ ਬੜਾ ਮੁਸ਼ਕਲ ਹੋ ਗਿਆ ਹੈ। ਭੀਮ ਚੰਦ ਮੁਰਝਾਇਆ ਹੋਇਆ ਦੁੱਖ ਸਹਿਤ ਬੈਠਾ ਸੀ। ਉਸ ਵੇਲੇ ਕਟੋਚੀ ਆਇਆ। ਉਹਦੇ ਹਿਰਦੇ ਵਿੱਚ ਬੜਾ ਅਹੰਕਾਰ ਸੀ। ਉਹਨੇ ਤਲਵਾਰ ਢਾਲ ਪਹਿਨ ਕੇ ਕਮਰ ਕਸਾ ਕੀਤਾ ਹੋਇਆ ਸੀ ਤੇ ਭੀਮ ਚੰਦ ਨੂੰ ਸੋਚਾਂ ਵਿੱਚ ਡੁੱਬੇ ਹੋਏ ਨੂੰ ਵੇਖਿਆ। ਤੇ ਉਸ ਵੇਲੇ ਜੰਮੂ ਦਾ ਰਾਜਾ, ਮੰਡੀ ਦਾ ਰਾਜਾ, ਇਹ ਰਾਜਾ ਗੁਲੇਰੀਆ, ਇਹ ਸਾਰੇ ਆਏ। ਇਸ ਪ੍ਰਕਾਰ ਰਾਜੇ ਰਾਣਿਆਂ ਦਾ ਵੱਡਾ ਮੇਲ ਹੋਇਆ। ਕੈਂਠਲ, ਕੁੱਲੂ, ਭਟੰਤੀ ਆਦਿ ਸਾਰੇ ਰਾਜਿਆਂ ਨੇ ਮਿਲ ਕੇ ਦੁੱਖ ਪ੍ਰਗਟ ਕੀਤਾ। ਜਸਵਾਰੀ ਮੁਖੀ ਕੇਸਰੀ ਚੰਦ ਸਿੰਘਾਂ ਨੇ ਮਾਰ ਦਿੱਤਾ, ਜਿਹੜਾ ਮਹਾ ਬਲ ਪਾ ਕੇ ਲੜਿਆ ਸੀ। ਹੁਣ ਉਹ ਆਪਸ ਵਿੱਚ ਗੱਲਾਂ ਕਰਦੇ ਨੇ। ਕਹਿੰਦੇ ਇੱਕ ਸਿੰਘ ਆਇਆ ਸੀ ਤੇ ਉਸ ਵੇਲੇ ਕੇਸਰੀ ਚੰਦ ਨੇ ਤੀਰ ਚਲਾਇਆ। ਉਹ ਸਿੰਘ ਦੇ ਲੱਗਾ ਨਾ। ਉਹਨੇ ਤਲਵਾਰ ਮਾਰ ਕੇ ਕੇਸਰੀ ਚੰਦ ਦਾ ਸਿਰ ਲਾਹ ਦਿੱਤਾ। ਇਹ ਸਿਰ ਲਾਉਣ ਵਾਲਾ ਭਾਈ ਉਹਦੇ ਸਿੰਘ ਸੀਗਾ। ਸਾਰੇ ਯੋਧੇ ਸਾਹਮਣੇ ਵੇਖਦੇ ਰਹੇ, ਕਿਸੇ ਤੋਂ ਕੋਈ ਯਤਨ ਨਾ ਹੋਇਆ। ਕਹਿੰਦੇ ਧੜ ਜਿਹੜਾ ਸੀ ਉਹ ਧਰਤੀ ਤੇ ਡਿੱਗ ਪਿਆ। ਸਿਰ ਨੂੰ ਉਹ ਸਿੰਘ ਨੇਜੇ ਵਿੱਚ ਪਰੋ ਕੇ ਨਾਲ ਲੈ ਗਏ। ਭੀਮ ਚੰਦ ਦੇ ਨੈਣਾਂ ਵਿੱਚੋਂ ਜਲ ਵਹਿ ਤੁਰਿਆ। ਬਾਕੀ ਰਾਜੇ ਵੀ ਉਹਦੇ ਵੱਲ ਦੇਖ ਕੇ ਹੰਝੂ ਡੇਗਦੇ ਸਨ। ਬਹੁਤ ਵੱਡਾ ਦੁੱਖ ਵੱਧ ਗਿਆ ਸੀ। ਸਾਰੇ ਨੀਵਾਂ ਮੂੰਹ ਕਰਕੇ ਸੋਚਦੇ ਸਨ। ਸਾਰੇ ਚੁੱਪ ਧਾਰ ਕੇ ਬੈਠੇ ਸਨ, ਕਿਉਂਕਿ ਸੰਬੰਧੀ ਮਰ ਗਿਆ ਸੀ, ਦੂਸਰੀ ਹਾਰ ਹੋ ਗਈ ਸੀ। ਸਾਰਿਆਂ ਵੱਲ ਵੇਖ ਕੇ ਰਾਜਾ ਕਟੋਚੀ ਅਹੰਕਾਰ ਭਰ ਕੇ ਬੋਲਿਆ। ਕਹਿੰਦੇ ਯੁੱਧ ਦੀ ਐਸੀ ਰੀਤੀ ਹੈ, ਉੱਥੇ ਜਾਂ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ। ਇਹ ਸਾਰੇ ਜਾਣਦੇ ਨੇ। ਜੇ ਮਰੇ ਹੋਏ ਸੂਰਬੀਰ ਉੱਤੇ ਇੰਨਾ ਅਫਸੋਸ ਹੀ ਕਰਨਾ ਹੈ ਤੇ ਫਿਰ ਪਹਿਲਾਂ ਚੜ੍ਹਾਈ ਕਿਉਂ ਕਰਦੇ ਹੋ? ਗੁਰੂ ਗੋਬਿੰਦ ਸਿੰਘ ਨਾਲ ਯੁੱਧ ਕਿਉਂ ਕਰਦੇ ਹੋ? ਜਿਸ ਦੇ ਇਲਾਕੇ ਵਿੱਚ ਬੜੀ ਧਾਕ ਹੈ ਉਹਦੇ ਨਾਲ ਤੁਸੀਂ ਲੜਨ ਕਿਉਂ ਆਉਂਦੇ ਹੋ? ਸਵੇਰ ਹੁੰਦਿਆਂ ਹੁਣ ਮੇਰਾ ਯੁੱਧ ਵੇਖਿਓ ਜੀ। ਮੈਂ ਸਿੰਘਾਂ ਨੂੰ ਜਿਉਂਦੇ ਨਹੀਂ ਛੱਡਾਂਗਾ ਜੇ ਉਹ ਕਿਤੇ ਭੱਜ ਨਾ ਗਏ। ਜਿਹੜਾ ਸਾਹਮਣੇ ਆਇਆ ਮੌਤ ਦੇ ਘਾਟ ਉਤਾਰ ਦਿਆਂਗਾ। ਤੁਹਾਡੇ ਵਾਸਤੇ ਦੁੱਖ ਮਨਾਉਣਾ ਉਚਿਤ ਨਹੀਂ ਹੈ। ਹੁਣ ਵੈਰੀ ਸਿਰ ਤੇ ਖੜਾ ਹੈ।
ਭੀਮ ਚੰਦ ਨੇ ਕੁਝ ਧੀਰਜ ਧਾਰਨ ਕੀਤਾ ਏ। ਸ਼੍ਰੇਸ਼ਟ ਜਸ ਸਭ ਦਾ ਦੂਰ ਹੋ ਗਿਆ ਹੈ। ਕੇਸਰੀ ਚੰਦ ਦੇ ਮੌਤ ਤੋਂ ਬਾਅਦ ਸਾਰੇ ਜਿਹੜੇ ਨੇ ਉਹ ਪਿੱਛੇ ਹਟ ਗਏ। ਕਹਿੰਦੇ ਹੁਣ ਆਪਾਂ ਨੂੰ ਜੰਗ ਕਰਨਾ ਚਾਹੀਦਾ। ਇਹ ਕਟੋਚੀਏ ਦੀ ਵੰਗਾਰ ਦੇ ਉੱਤੇ ਫਿਰ ਸਾਰਿਆਂ ਨੇ ਹੌਸਲਾ ਬੰਨਿਆ। ਕਹਿੰਦੇ ਜੇ ਆਪਾਂ ਪਿੱਛੇ ਹਟ ਜਾਈਏ ਤੇ ਇਹ ਚੰਗਾ ਨਹੀਂ ਮੰਨਿਆ ਜਾਏਗਾ। ਜੰਗ ਦੇ ਸਮੁੰਦਰ ਦੇ ਜਹਾਜ਼ ਵਿੱਚ ਅਸੀਂ ਚੜ੍ਹੇ ਹੋਏ ਹਾਂ, ਹੁਣ ਮਲਾਹ ਬਣ ਕੇ ਇਹਨੂੰ ਪਾਰ ਕਰੀਏ। ਜੇ ਅਸੀਂ ਇੱਕ ਸਾਰ ਹੋ ਕੇ ਇਕੱਠੇ ਹੋ ਕੇ ਮਨ ਨੂੰ ਤਕੜਾ ਕਰਕੇ ਲੜੀਏ ਤੇ ਫਿਰ ਪਾਰ ਹੋ ਸਕਦੇ, ਨਹੀਂ ਤਾਂ ਵਿੱਚ ਹੀ ਡੁੱਬ ਜਾਵਾਂਗੇ, ਨਹੀਂ ਤਾਂ ਕੋਈ ਕਿਨਾਰਾ ਨਹੀਂ ਦਿਸਦਾ। ਭਾਰੀ ਬਲ ਲਾ ਕੇ ਸਾਰੇ ਸਹਾਇਕ ਬਣੋ। ਇੱਥੇ ਮੀਏ ਰਾਣੇ ਬਹੁਤ ਮਾਰੇ ਗਏ ਹਨ, ਜਿਹੜੇ ਬਹੁਤ ਬਹਾਦਰ ਸਨ। ਕਿਸ ਦੇ ਭਰੋਸੇ ਦੇ ਉੱਤੇ ਹੁਣ ਮੈਂ ਹਿਰਦੇ ਵਿੱਚ ਉਤਸ਼ਾਹ ਧਾਰਨ ਕਰਾਂ? ਤੇਰੇ ਬਗੈਰ ਕੋਈ ਦੂਸਰਾ ਦਿਖਾਈ ਨਹੀਂ ਦਿੰਦਾ। 22 ਧਾਰ ਰਾਜਿਆਂ ਵਿੱਚ ਸ਼ੋਕ ਨੇ ਵਾਸਾ ਕਰ ਲਿਆ, ਪਰ ਇੱਕ ਆਨੰਦਪੁਰ ਨਹੀਂ ਛਡਵਾਇਆ ਗਿਆ। ਸਾਰਾ ਕੀਤਾ ਹੋਇਆ ਉਦਮ ਨਿਫਲ ਗਿਆ ਹੈ। ਹਿਰਦੇ ਦਾ ਧੀਰਜ ਟੁੱਟ ਗਿਆ। ਕਿਹੜਾ ਮੂੰਹ ਲੈ ਕੇ ਨਗਰ ਵਿੱਚ ਜਾਵਾਂਗੇ? ਸ਼੍ਰੀ ਗੁਰੂ ਜੀ ਤਾਂ ਉਸੇ ਤਰ੍ਹਾਂ ਹੀ ਆਨੰਦਪੁਰ ਦੇ ਅੰਦਰ ਬੈਠੇ ਹੋਏ ਨੇ। ਸਾਡੇ ਸੰਬੰਧੀ ਮਰ ਗਏ, ਰਿਸ਼ਤੇਦਾਰ ਮਰ ਗਏ, ਕਾਰਜ ਪੂਰਾ ਹੋਣ ਦੀ ਕੋਈ ਆਸ ਨਹੀਂ ਹੈ। ਕਹਿੰਦੇ ਸਾਡੇ ਦੇਸ਼ ਵਿੱਚ ਬਿਰਤਾਂਤ ਪ੍ਰਗਟ ਹੋ ਗਿਆ ਹੈ ਕਿ ਅਸੀਂ ਹਾਰ ਗਏ ਹਾਂ। ਇਸ ਕਰਕੇ ਲੜਨਾ ਮਰਨਾ ਚੰਗਾ ਹੈ, ਹੋਰ ਕੋਈ ਉਪਾਅ ਨਹੀਂ ਸੁਝਦਾ। ਮੰਡੀ ਦੇ ਰਾਜੇ ਨੇ ਮਨ ਵਿੱਚ ਵਿਚਾਰ ਕੀਤੀ ਵੀ ਇਹ ਮੂਰਖ ਅਜੇ ਵੀ ਨਹੀਂ ਸਮਝੇਗਾ। ਜੇ ਹੁਣ ਕਹਾਂਗੇ ਦੁੱਖ ਕਾਰਨ ਗੁੱਸਾ ਕਰੇਗਾ, ਅਹੰਕਾਰੀ ਮੇਰੀ ਗੱਲ ਨਹੀਂ ਮੰਨੇਗਾ। ਚਲੋ ਇਹਨਾਂ ਦੇ ਨਾਲ ਮਿਲੇ ਰਹਿੰਦੇ ਆ, ਵੇਖਦੇ ਆ ਕੀ ਹੁੰਦਾ। ਪੂਰਨ ਗੁਰੂ ਜੀ ਕਿਵੇਂ ਇਹਨਾਂ ਤੋਂ ਹਾਰ ਜਾਣਗੇ। ਸ਼ਾਹਜਹਾਂ ਵਰਗੇ ਜਿਨ੍ਹਾਂ ਦੇ ਪਿਤਾਮਾ ਨਾਲ ਲੜਦੇ ਰਹੇ, ਜਿਹੜਾ ਇੱਕ ਵੱਡਾ ਸੂਰਬੀਰ ਬਹਾਦਰ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 9 ਖੰਡ ਪ੍ਰਿਥਵੀ ਵਿੱਚ ਸਿੱਖ ਬਣਾ ਕੇ ਆਪਣਾ ਜਸ ਫੈਲਾਇਆ। ਉਹਨਾਂ ਦੀ ਗੱਦੀ ਉੱਤੇ ਇਹ ਪ੍ਰਗਟ ਰੂਪ ਤੇ ਬੈਠੇ ਨੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਭਾਰੀ ਗੁਰੂ ਨੇ। ਇਸ ਪ੍ਰਕਾਰ ਮਨ ਦੇ ਵਿੱਚ ਮੰਡੀ ਦਾ ਰਾਜਾ ਸੋਚਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਯੁੱਧ ਨੂੰ ਪਿਆਰ ਕਰਦੇ ਨੇ, ਭਿਆਨਕ ਯੁੱਧ ਕਰਨ ਵਾਲੇ ਨੇ। ਅਜੇ ਤੇ ਇਹਨਾਂ ਪਹਾੜੀਆਂ ਨੂੰ ਗੁਰੂ ਨੇ ਆਪਣੇ ਤੀਰਾਂ ਦੀ ਮਾਰ ਨਹੀਂ ਵਿਖਾਈ, ਤਿੱਖੇ ਤੀਰ ਨਹੀਂ ਚਲਾਏ ਜੇ ਗੁਰੂ ਨੇ। ਇਸ ਪ੍ਰਕਾਰ ਚਿੱਤ ਵਿੱਚ ਸਮਝ ਕੇ ਚੁੱਪ ਧਾਰ ਕੇ ਤੇ ਉਹਨਾਂ ਦੇ ਨਾਲ ਬੈਠ ਗਿਆ ਮੰਡੀ ਦਾ ਰਾਜਾ। ਪਰ ਮਨ ਕਰਕੇ ਉਹ ਲੜਨਾ ਨਹੀਂ ਚਾਹੁੰਦਾ ਗੁਰੂ ਦੇ ਨਾਲ। ਬਾਕੀ ਸਾਰੇ ਵੀ ਯੁੱਧ ਕਰਨਾ ਨਹੀਂ ਚਾਹੁੰਦੇ। ਸਮੂਹ ਸੂਰਬੀਰਾਂ ਦਾ ਘਾਤ ਹੋ ਗਿਆ ਸੀ। ਬੜੀ ਵੱਡੀ ਫੌਜ ਮਾਰੀ ਗਈ। ਇੱਕ ਘਮੰਡ ਚੰਦ ਕਟੋਚੀ ਸੂਰਬੀਰ ਨੂੰ ਯੁੱਧ ਦੀ ਅਵਸ਼ ਬਾਕੀ ਹੈ। ਭੀਮ ਚੰਦ ਹਿਰਦੇ ਵਿੱਚ ਧੀਰਜ ਧਾਰ ਕੇ ਉੱਠ ਪਿਆ ਤੇ ਹੋਰ ਸਾਰੇ ਉੱਠ ਪਏ। ਡੇਰੇ ਵਿੱਚ ਜਿੱਥੇ ਜ਼ਖਮੀ ਪਏ ਹੋਏ ਸਨ, ਪੀੜ ਦੇ ਨਾਲ ਕੁਰਲਾ ਰਹੇ ਸਨ, ਵਿਆਕੁਲ ਹੋ ਰਹੇ ਸਨ। ਕਹਿੰਦੇ ਜਿਨ੍ਹਾਂ ਦੇ ਸੰਬੰਧੀ ਮਰ ਗਏ ਉਹ ਵੀ ਦੁੱਖ ਪਾਉਂਦੇ ਸਨ। ਪਹਾੜਾਂ ਵਿੱਚ ਇਹ ਖਬਰ ਪਹੁੰਚ ਗਈ ਕਿ ਪਹਾੜੀਏ ਬਹੁਤ ਮਰ ਗਏ ਨੇ। ਜਦੋਂ ਭੀਮ ਚੰਦ ਦੇ ਸਾਥੀ ਕੇਸਰੀ ਚੰਦ ਦੀ ਖਬਰ ਪਹੁੰਚੀ ਤੇ ਉਹਦੀਆਂ ਰਾਣੀਆਂ ਬਹੁਤ ਰੋਂਦੀਆਂ ਸਨ। ਕਿੱਥੋਂ ਤੱਕ ਕਹਾਂ ਵੀ ਇੰਨਾ ਦੁੱਖ ਵੱਧ ਗਿਆ ਕਿ 22 ਧਾਰ ਦੇ ਸਾਰੇ ਪਹਾੜਾਂ ਵਿੱਚ ਰੋਣਾ ਹੀ ਪੱਲੇ ਪੈ ਗਿਆ ਸੀ। ਇਸ ਪ੍ਰਕਾਰ ਉਹ ਭੀਮ ਚੰਦ ਨੂੰ ਮਾੜੀ ਮੱਤ ਵਾਲਾ ਕਹਿ ਰਹੇ ਸਨ ਤੇ ਗਾਲਾਂ ਵੀ ਕੱਢਦੇ ਸਨ। ਤੇ ਇਸ ਪ੍ਰਕਾਰ ਹੁਣ ਪਹਾੜੀ ਰਾਜਿਆਂ ਨੇ ਸਲਾਹ ਕੀਤੀ ਹੈ ਕਿ ਸਵੇਰ ਹੋਣ ਤੇ ਰਾਜੇ ਘਮੰਡ ਚੰਦ ਨੂੰ ਅੱਗੇ ਕਰਕੇ ਅਸੀਂ ਜੰਗ ਕਰਾਂਗੇ। ਸਤਿਗੁਰੂ ਜੀ ਪਾਸ ਇਹ ਖਬਰ ਪਹੁੰਚ ਗਈ। ਉਹਨਾਂ ਨੇ ਸਿੰਘਾਂ ਨੂੰ ਸਾਵਧਾਨ ਕੀਤਾ। ਲੋਹਗੜ੍ਹ ਤੋਂ ਬਾਹਰ ਮੋਰਚੇ ਬਣਾ ਕੇ ਕਈ ਪ੍ਰਕਾਰ
ਵੈਰੀ ਨੂੰ ਮਾਰਨਾ ਹੈ। ਆਲਮ ਸਿੰਘ ਆਦਿ ਯੋਧਿਆਂ ਨੇ ਬੜੀ ਤਕੜਾਈ ਕਰ ਲਈ ਹੈ। ਦੂਰ ਦੂਰ ਤੱਕ ਮੋਰਚਾ ਬੰਦੀ ਕਰ ਲਈ। ਸਿੰਘ ਉਹਨਾਂ ਵਿੱਚ ਡਟ ਗਏ। ਘਾਇਲ ਹੋਏ ਸਿੰਘਾਂ ਨੂੰ ਸਾਲ ਪੱਤਰ ਭੇਜਿਆ ਗਿਆ ਤੇ ਉਹਦੇ ਨਾਲ ਉਹ ਰਾਜੀ ਹੋ ਜਾਂਦੇ ਸਨ, ਉਹਨਾਂ ਦੇ ਜ਼ਖਮ ਮਿਲ ਜਾਂਦੇ ਸਨ ਤੇ ਦੂਸਰਾ ਉਹ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਸਨ, ਜਿਹੜਾ ਸਦਾ ਰੱਖਿਆ ਕਰਦਾ, ਜਿਹੜਾ ਸਦਾ ਸੌਖਿਆਂ ਕਰਦਾ। ਇਸ ਪ੍ਰਕਾਰ ਦੋਵਾਂ ਪਾਸਿਆਂ ਨੇ ਜਦ ਰਾਤ ਭੋਜਨ ਛਕ ਕੇ ਆਰਾਮ ਕੀਤਾ, ਰਾਤ ਬਤੀਤ ਕੀਤੀ, ਕੁਝ ਕੁ ਅਹੰਕਾਰ ਸਿੰਘਾਂ ਵਿੱਚ ਵੀ ਆ ਗਏ ਕਿ ਬਹੁਤ ਅਸੀਂ ਵੈਰੀ ਮਾਰ ਦਿੱਤੇ। ਉਹ ਗੁਰੂ ਸਾਹਿਬ ਜੀ ਨੂੰ ਭਾਉਂਦਾ ਨਹੀਂ ਹੈ, ਉਹ ਭਾਇਆ ਨਾ। ਦੋਵਾਂ ਪਾਸਿਆਂ ਦੇ ਯੋਧੇ ਜਾਗ ਪਏ, ਬੜੇ ਸੰਖ ਵੱਜੇ, ਨਗਾਰੇ ਵੱਜੇ, ਲੜਾਈ ਕਰਨ ਵਾਸਤੇ ਯੋਧੇ ਕ੍ਰੋਧ ਧਾਰ ਕੇ ਅੱਗੇ ਵਧੇ ਨੇ। ਹੁਣ ਅੱਗੇ ਜੋ ਅਧਿਆਇ ਆਰੰਭ ਹੋ ਰਿਹਾ ਹੈ ਉਹਦਾ ਸਿਰਲੇਖ ਹੈ ਕਿ ਦੂਜੇ ਦਿਨ ਦਾ ਜੰਗ ਹੁਣ ਸਿੰਘਾਂ ਵਿੱਚ ਤੇ ਪਹਾੜੀਆਂ ਵਿੱਚ ਜੰਗ ਹੋਣ ਲੱਗਾ ਹੈ। ਹੁਣ ਇਹ ਜਿਹੜਾ ਰਾਜਾ ਘਮੰਡ ਚੰਦ ਹੈ ਇਹ ਕਿਸ ਤਰ੍ਹਾਂ ਤੀਰ ਚਲਾ ਕੇ ਸਿੰਘਾਂ ਨੂੰ ਵਿੰਨ੍ਹਦਾ ਹੈ ਤੇ ਕਿਸ ਤਰ੍ਹਾਂ ਸਿੰਘ ਅੱਗਿਓਂ ਵਾਰ ਕਰਦੇ ਨੇ, ਇਹ ਸਾਰਾ ਪ੍ਰਸੰਗ ਅੱਗੇ ਆਵੇਗਾ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਸਤਨਾਮ ਵਾਹਿਗੁਰੂ ਜੀ। ਮਰੇ ਜੰਗ ਮੈਂ ਦੇਵ ਲੋਕੇ ਪਧਾਰੈ, ਹਾਂਜੀ, ਰਹੇ ਕੀਰਤੀ ਲੈ ਭਲੇ ਸਤਰ ਮਾਰੈ। ਕਹਿੰਦੇ ਹੁਣ ਇਕੱਠੇ ਸਿੰਘਾਂ ਉੱਤੇ ਹੱਲਾ ਕਰੀਏ, ਜਿਹੜੇ ਜੰਗ ਵਿੱਚ ਮਰਨਗੇ ਉਹ ਸਵਰਗਾਂ ਵਿੱਚ ਜਾਣਗੇ, ਜੇ ਬਚੇ ਰਹਿ ਤਾਂ ਭਲੀ ਪ੍ਰਕਾਰ ਵੈਰੀ ਨੂੰ ਮਾਰਨ ਦੀ ਕੀਰਤੀ ਲੈਣਗੇ। ਇੱਧਰ ਇਹ ਗੱਲ ਸਿੰਘਾਂ ਵਿੱਚ ਵੀ ਸਾਰੇ ਫੈਲ ਗਈ ਹੈ। ਇੱਕ ਦੂਜੇ ਨੂੰ ਹੌਸਲਾ ਦੇ ਕੇ ਅੱਗੇ ਵੱਧ ਕੇ ਲੜਦੇ ਹਨ ਜੀ। ਕਰੇ ਤਾਰ ਤੋਰੇ ਸੰਤ ਖਾਏ, ਸਾਰਿਆਂ ਨੇ ਤੋੜੇ ਤਿਆਰ ਕਰਕੇ ਤੁਖਾਏ ਹਨ ਜੀ। ਬਰੂਦਨ ਸਗੋਰੀ ਪਲੀਤੇ ਮਿਲਾਏ, ਬਰੂਦ ਗੋਲੀਆਂ ਤੇ ਪਲੀਤੇ ਮਿਲਾਏ ਜੀ। ਗਜਨ ਸੰਗ ਠੋਕੀ ਤਰੀ ਕੰਧ ਚਾਲੇ, ਗਜਾਂ ਨਾਲ ਠੋਕ ਕੇ ਮੋਢਿਆਂ ਉੱਤੇ ਰੱਖ ਕੇ ਚੱਲ ਪਏ ਜੀ। ਗੁਰੂ ਕੀ ਘੋੜੀ ਕੋ ਗਏ ਆਲ ਬਾਲੇ, ਕਹਿੰਦੇ ਕਿ ਗੁਰੂ ਕੀ ਗੜੀ ਕੋ ਗਏ ਆਲ ਬਾਲੇ। ਘੇਰਾ ਪਾਏ ਹੋਏ ਗੁਰੂ ਜੀ ਦੀ ਗੜੀ ਵੱਲ ਚੱਲ ਪਏ ਜੀ। ਪਦਾਤੇ ਸੌਰੰ ਮਿਲੇ ਜੰਗ ਜੋਧਾ, ਕਹਿੰਦੇ ਸਾਰੇ ਪੈਦਲ ਅਤੇ ਘੋੜ ਸਵਾਰ। ਪਦਾਂਤੀ ਕਹਿੰਦੇ ਨੇ ਪੈਦਲ ਨੂੰ, ਪੈਦਲ ਹੈ ਜਾਂ ਘੋੜ ਸਵਾਰ ਹਨ, ਯੋਧੇ ਨਾਲ ਆ ਮਿਲੇ ਜੀ। ਪਰਾਜੇ ਭਈ ਤੇਰੇ ਤੇ ਤਾਰ ਕ੍ਰੋਧਾ, ਤੇ ਸੋਚਦੇ ਨੇ ਹਾਰ ਨਾ ਹੋ ਜਾਵੇ, ਇਸ ਲਈ ਹਿਰਦੇ ਵਿੱਚ ਬੜਾ ਕ੍ਰੋਧ ਧਾਰਨ ਕੀਤਾ ਸੀ ਜੀ। ਚਿੱਤੇ ਸਿੰਘ ਸਾਰੇ ਬਰੇ ਮੋਰਚਾ ਮੈਂ, ਇੱਧਰ ਸਾਰੇ ਸਿੰਘ ਮੋਰਚਿਆਂ ਵਿੱਚ ਪ੍ਰਵੇਸ਼ ਕਰ ਗਏ ਜੀ। ਤੋ ਫੰਗੇ ਕਸੀ ਡਾਰ ਗੋਰੇ ਸੋਤਾ ਮੈਂ। ਕਵੀ ਜੀ ਲਿਖਦੇ ਨੇ ਕਿ ਸਾਰੇ ਸਿੰਘ ਮੋਰਚਿਆਂ ਵਿੱਚ ਪ੍ਰਵੇਸ਼ ਕਰ ਗਏ, ਬੰਦੂਕਾਂ ਵਿੱਚ ਗੋਲੀਆਂ ਪਾ ਕੇ ਕੱਸ ਲਈਆਂ ਜੀ। ਤੁਕੇ ਪੁੰਜ ਤੋਰੇ ਕਲੀ ਆਸ ਹੋਈ, ਤੋੜੇ ਧੁਖਦਿਆਂ ਦੇ ਅੰਗੇ ਚੰਗਾ ਗੁੱਲ ਆ ਗਿਆ ਜੀ। ਜੜੇ ਹੈ ਕਲਾ ਪਹਿਲਿਓ ਮੋੜ ਸੋਈ, ਕਹਿੰਦੇ ਤੋੜਾ ਧੁਖ ਕੇ ਜੋ ਲਾਲ ਗੁੱਲ ਵੱਜ ਜਾਂਦਾ ਹੈ ਉਹਦਾ ਜ਼ਿਕਰ ਕੀਤਾ ਹੈ। ਉਹਨਾਂ ਨੂੰ ਮੋੜ ਕੇ ਫਿਰ ਕਲਾ ਉੱਤੇ ਜੜ ਦਿੱਤਾ ਜੀ। ਪਾਲੀ ਤੇ ਜਮਾਏ ਸਿਰ ਪੌਂਸ ਖੋਲੇ, ਜੋ ਪਹਿਲਾਂ ਓਲੇ ਸਨ ਰਵਾ ਦਾਸਤ ਕੀਨੀ ਤਜੇ ਅਗਰ ਓਲੇ, ਉਹ ਹੁਣ ਓਲਾ ਛੱਡ ਕੇ ਬੰਦੂਕ ਚਲਾਉਣ ਲਈ
ਰਾਖਵੇਂ ਥਾਵਾਂ ਉੱਤੇ ਆ ਗਏ ਜੀ। ਕਰੀ ਸਿਸਤ ਆਗੇ ਜਹਾਂ ਸਤਰ ਆਵੈ। ਕਹਿੰਦੇ ਉਸ ਪਾਸੇ ਆ ਕੇ ਨਿਸ਼ਾਨਾ ਬੰਨਿਆ ਜਿੱਧਰ ਵੈਰੀ ਆਉਂਦੇ ਸਨ ਜੀ। ਦੰਭੇ ਤਾਤ ਕਾਲਿਨ ਤੜਾਕੇ ਉਠਾਵੈ। ਤੇ ਤੁਰੰਤ ਬੰਦੂਕਾਂ ਤੜਾਕ ਤੜਾਕ ਕਰਕੇ ਛੱਡ ਦਿੱਤੀਆਂ ਜੀ। ਮੰਗੇ ਚਲੇ ਆਵਤੇ ਸਮ ਹੋਈ। ਸਾਹਮਣੇ ਆਉਂਦਿਆਂ ਦੇ ਗੋਲੀਆਂ ਚੱਲੀਆਂ ਜੀ। ਕਰੇ ਬੇਗ ਗੋਰੇ ਮਹਾ ਸੁਖ ਪਾਈ। ਬਹੁਤ ਗੋਲੀਆਂ ਬੜੀਆਂ ਤੇਜ਼ੀ ਦੇ ਨਾਲ ਸ਼ੂਕਦੀਆਂ ਹੋਈਆਂ ਗਈਆਂ ਜੀ। ਅਜਾਨਨ ਸੋ ਜਾਨਨ ਤਜੇ ਜੋਨ ਕੋਨਾ। ਚਤਰ ਅਤੇ ਮੂਰਖ ਜਿਹੜਾ ਵੀ ਗੋਲੀ ਛੱਡਦਾ ਸੀ ਜੀ। ਲਗੀ ਇੱਕ ਚਾਹੇ ਹਤੇ ਪ੍ਰਾਨ ਤੋਨਾ। ਕੇਵਲ ਇੱਕ ਗੋਲੀ ਲੱਗਣੀ ਚਾਹੀਦੀ ਸੀ। ਬਸ ਇੱਕ ਗੋਲੀ ਲੱਗਣ ਦੇ ਨਾਲ ਪ੍ਰਾਣ ਨਾਸ ਕਰ ਦਿੰਦੇ ਸੀ ਜੀ। ਹਲਾ ਹਾਲ ਬੋਲੇ ਕਰਿਓ ਹਿਲ ਤਾਈ। ਹਲਾ ਹਾਲ ਬੋਲਦੇ ਹੋਏ ਦੌੜ ਕੇ ਹਮਲਾ ਕਰਦੇ ਸਨ ਜੀ। ਮਨੋ ਸੈਨੋ ਬੈ ਕਟਾ ਟੁਕ ਆਈ। ਮਾਨੋ ਪਹਾੜੀਆਂ ਉੱਤੇ ਗੋਲੀਆਂ ਦੇ ਬਦਲਾਂ ਦੀ ਘਟਾ ਚੜ ਕੇ ਆ ਗਈ ਸੀ ਜੀ। ਬਲੀ ਤੇ ਛਟਾ ਜਵਾਲ ਮਾਲਾ ਉਠਾ ਲੈ। ਪਲੀਤਿਆਂ ਰੂਪੀ ਅਗਨੀ ਦੀ ਮਾਲਾ ਬਿਜਲੀ ਵਾਂਗ ਦੂਰੋਂ ਉੱਠਦੀ ਵਿਖਾਈ ਦਿੰਦੀ ਸੀ ਜੀ। ਚਲੇ ਪੁੰਜ ਗੋਰੀ ਕੇ ਓਰੇ ਕਰਾ ਲੈ। ਬਹੁਤ ਗੋਲੀਆਂ ਚੱਲਦੀਆਂ ਸਨ। ਮਾਨੋ ਇਸ ਤਰ੍ਹਾਂ ਸੀ ਜਿਵੇਂ ਗੜੇ ਡਿੱਗ ਰਹੇ ਹਨ ਜੀ। ਮੁੱਠੀ ਤੁਮ ਤਾਰਾ ਜਮੁ ਔਰ ਹੋਈ। ਬੰਦੂਕਾਂ ਚੱਲਣ ਦੇ ਨਾਲ ਧੂਏ ਦੀ ਇੱਕ ਸੰਘਣੀ ਧਾਰ ਉੱਠੀ ਹੈ ਜੀ। ਪਾਇਓ ਆਂਦ ਤੁੰਦਨ ਡਰੇ ਬਾਜ ਕੋਈ। ਤੇ ਉਹ ਸੰਘਣੀ ਧਾਰ ਸੈਨਾ ਵੱਲ ਆਈ ਹੈ, ਜਿਸ ਕਰਕੇ ਸਾਰੇ ਹਨੇਰਾ ਛਾ ਗਿਆ ਹੈ ਤੇ ਕਈ ਡਰ ਕੇ ਭੱਜਣ ਵਾਲੇ ਹੋ ਗਏ ਹਨ ਜੀ। ਡਰਾ ਕੇ ਮਨੋ ਗਜ ਹਵੈ ਬਾਰ ਬਾਰੀ। ਇਸ ਤਰ੍ਹਾਂ ਕਵੀ ਜੀ ਕਹਿੰਦੇ ਕਿ ਬੰਦੂਕਾਂ ਚੱਲਣ ਨਾਲ ਜੋ ਬਾਰ-ਬਾਰ ਧੜਾਕੇ ਹੁੰਦੇ ਸਨ ਜੀ। ਤੇਰੇ ਪ੍ਰਿੰਸ ਜੋਦਾ ਮਚੀ ਮਾਰ ਪਾਰੀ। ਬਾਰ-ਬਾਰ ਜਦੋਂ ਬੰਦੂਕਾਂ ਚੱਲਦੀਆਂ ਤੇ ਮਾਨੋ ਉਹ ਬਿਜਲੀ ਪੈਂਦੀ ਹੈ। ਸੂਰਮਿਆਂ ਰੂਪੀ ਬਿਰਛ ਡਿੱਗਦੇ ਜਾਂਦੇ ਹਨ। ਮਾਰੋ ਮਾਰ ਮੱਚੀ ਹੋਈ ਹੈ ਜੀ। ਉਬੇ ਔਰ ਤੇ ਜਵਾਲ ਭੂਨਾ ਪ੍ਰਹਾਰ। ਦੋਹਾਂ ਪਾਸਿਆਂ ਤੋਂ ਬੰਦੂਕਾਂ ਚੱਲ ਰਹੀਆਂ ਸਨ। ਇੱਕ ਦੂਜੇ ਉੱਤੇ ਵਾਰ ਕਰਦੇ ਸਨ ਜੀ। ਤਾਬੀ ਕਸੇ ਹੱਥ ਪੈਟੇਕ ਮਾਰੈ। ਤੁਰੰਤ ਫਿਰ ਕੱਸ ਲੈਂਦੇ ਸਨ ਤੇ ਹੱਥ ਟਿਕਾ ਕੇ ਮਾਰਦੇ ਸਨ ਜੀ। ਲਕੇ ਅੰਗ ਮੈਂ ਤੋੜ ਪੂਰੇ ਬੇਹੰਡਾ। ਤੇ ਜਦੋਂ ਗੋਲੀ ਅੰਗ ਤੇ ਲੱਗਦੀ ਸੀ, ਭਾਵ ਕਿਸੇ ਬਾਹ ਨੂੰ, ਕਿਸੇ ਲੱਤ ਨੂੰ, ਕਿਸੇ ਦੇ ਮੋਢੇ ਨੂੰ, ਤੇ ਉਹਨਾਂ ਅੰਗਾਂ ਨੂੰ ਗੋਲੀਆਂ ਤੋੜ ਭੰਨ ਦਿੰਦੀਆਂ ਸਨ ਜੀ। ਗਿੜੇਦਾਰ ਪੂਰ ਮੈਂ ਪੁੱਟੇ ਤੁੰਡ ਮੁੰਡੇ। ਕਹਿੰਦੇ ਟੁਕੜੇ ਟੁਕੜੇ ਕਰ ਦਿੰਦੀਆਂ ਸਨ ਤੇ ਸੂਰਬੀਰ ਧੜਾਇਆ ਕਰਕੇ ਧਰਤੀ ਤੇ ਡਿੱਗ ਪੈਂਦੇ ਸਨ। ਉਹਨਾਂ ਦੇ ਮੂੰਹ ਸਿਰ ਫਟ ਜਾਂਦੇ ਸਨ ਜੀ। ਅਤੇ ਮੋਰ ਤੇ ਅਗਰੇ ਬੰਦੇ ਜਥਾਈ। ਜਿੱਥੇ ਅਗਲੇ ਪਾਸੇ ਮੋਰਚੇ ਬਣਾਏ ਹੋਏ ਸਨ ਜੀ। ਤਨੋ ਲੋਹ ਬਾਜਿਓ ਤਹਾਂ ਤੁਮ ਪਾਈ। ਉੱਥੇ ਬਹੁਤ ਲੋਹੇ ਤੇ ਲੋਹਾ ਖੜਕਿਆ ਤੇ ਬੜੀ ਧੁੰਮ ਪੈ ਗਈ ਜੀ। ਪਇਓ ਤੋੜ ਪਾਰੋ ਜੁਟੇ ਵੀਰ ਬੰਗੇ। ਬੜੀ ਭਾਰੀ ਜੰਗ ਹੋਈ ਹੈ। ਬਾਂਕੇ ਵੀਰ ਸੂਰਮੇ ਆਪਸ ਵਿੱਚ ਜੁਟੇ ਹੋਏ ਸਨ ਜੀ। ਅਗੇ ਟੋਲ ਤੋਂ ਸਾਨ ਪੈ ਬ੍ਰਿੰਦ ਡੰਗੇ।
ਢੋਲਾਂ ਤੇ ਨਗਾਰਿਆਂ ਤੇ ਬਹੁਤ ਡੰਕੇ ਵੱਜਦੇ ਸਨ ਜੀ। ਲਲਕਾਰੇ ਭਟ ਪੁੰਜ ਕਟੋਚੇ ਕਿਤ ਕਾਤਰ ਹੋਏ ਤਰਾਸੇ। ਫਿਰ ਕਟੋਚੀਏ ਨੇ ਬਹੁਤ ਸੂਰਮਿਆਂ ਨੂੰ ਲਲਕਾਰਿਆ, ਕਹਿਣ ਲੱਗਾ ਕਹਿਰ ਬਣ ਕੇ ਕਿਉਂ ਡਰ ਰਹੇ ਹੋ ਜੀ। ਕਹਾਂ ਸਿੰਘ ਥੋੜੇ ਅਬ ਰਹੇਂਗੇ ਪਹਿਲੇ ਜੰਗ ਬਿਨਾਸੇ। ਕਹਿੰਦੇ ਕਿ ਕਹਾਂ ਸਿੰਘ ਥੋੜੇ ਅਬ ਰਹਿ ਗਏ ਪਹਿਲੇ ਜੰਗ ਬਿਨਾਸੇ। ਹੁਣ ਸਿੰਘ ਬਹੁਤ ਥੋੜੇ ਰਹਿ ਗਏ ਨੇ, ਉਹ ਪਹਿਲੀ ਜੰਗ ਵਿੱਚ ਖਤਮ ਹੋ ਗਏ ਹਨ ਜੀ। ਢੇਲ ਘਾਲ ਅਬ ਲਿਓ ਮੋਰਚਾ ਦੇਹੋ ਨਿਕਾਲ ਪਲ ਪਾਇਓ। ਹੱਲਾ ਕਰਕੇ ਹੁਣ ਮੋਰਚਾ ਮਾਰ ਲਵੋ, ਸ਼ਕਤੀ ਧਾਰ ਕੇ ਇਹਨਾਂ ਨੂੰ ਇਥੋਂ ਕੱਢੋ ਜੀ। ਦੁਬਨ ਦਰਬ ਕੋ ਮਨ ਸਭ ਕਰ ਹੈ ਬਨੋ ਸੂਰ ਜਸ ਸਾਇਓ। ਕਹਿੰਦੇ ਤੁਹਾਨੂੰ ਦੂਣਾ ਧਨ ਦੇਵਾਂਗੇ, ਵੱਡੇ ਸੂਰਬੀਰ ਬਣੋ, ਤੁਹਾਡਾ ਜਸ ਸੰਸਾਰ ਵਿੱਚ ਹੋਵੇਗਾ ਜੀ। ਦੀਰਘ ਬਲ ਘਾਲਿਓ ਸਿੰਘਨ ਪਰ ਠਹਿਰ ਨਾ ਸਕੇ ਜੁਝਾਰੇ। ਉਹਨਾਂ ਸਿੰਘਾਂ ਉੱਤੇ ਵੱਡਾ ਜ਼ੋਰ ਪਾਇਆ ਤੇ ਜੁਝਾਰੂ ਯੋਧੇ ਅੱਗੇ ਠਹਿਰ ਨਹੀਂ ਸੀ ਸਕਦੇ ਜੀ। ਤਜਿਓ ਮੋਰਚਾ ਪਰੇ ਲੋਹ ਕਰ ਕੋ ਥਿਰ ਦਵਾਰ ਆ ਗਏ। ਤੇ ਉਹ ਮੋਰਚੇ ਛੱਡ ਕੇ ਲੋਹਗੜ੍ਹ ਦੇ ਕਿਲੇ ਵਿੱਚ ਦਾਖਲ ਹੋ ਗਏ। ਕਈ ਦੀਵਾਰ ਅਗਾਰੇ ਦਰਵਾਜ਼ੇ ਦੇ ਅੱਗੇ ਖੜੇ ਹੋ ਗਏ ਜੀ। ਮੋਹਰ ਨਿਕਟ ਕਰ ਹੇਲਾ ਕਾਲਨ ਰੁਪਿਓ ਘਮੰਡੈ ਚੰਦਨ। ਬਹੁਤ ਨੇੜੇ ਹੋ ਕੇ ਹਮਲਾ ਕਰਨ ਵਾਸਤੇ ਘਮੰਡ ਚੰਦ ਬਹੁਤ ਗੁੱਸੇ ਵਿੱਚ ਆਇਆ ਜੀ। ਬਾਣ ਸਰਾਸਰ ਸੂਰਤ ਸਨਮੁਖ ਢੁਕੇ ਆਨ ਪਟ ਬ੍ਰਿੰਦੰ। ਸੜਾਕ ਸੜਾਕ ਕਰਕੇ ਉਹ ਤੀਰ ਛੱਡਦਾ ਸੀਗਾ। ਬਹੁਤ ਸੂਰਬੀਰ ਉੱਥੇ ਪਹੁੰਚ ਗਏ ਜੀ। ਸਰਬਗਰੇਸ਼ਵਰ ਭੀਮ ਚੰਦ ਜਦ ਔਰ ਗੰਗੜ ਪਰ ਆਏ। ਸਾਰੇ ਪਹਾੜੀ ਰਾਜੇ ਭੀਮ ਚੰਦ ਦੇ ਸਮੇਤ ਉਮੜ ਕੇ ਲੋਹਗੜ੍ਹ ਕਿਲੇ ਵੱਲ ਆ ਗਏ ਜੀ। ਛੇਲੇ ਤੋਂ ਮਰ ਧੀਰਨ ਤੁਪਕਾ ਮਾਰ ਮਾਰ ਬਰਖਾਏ। ਕਿਸੇ ਦੇ ਕੋਲ ਨੇਜਾ, ਕਿਸੇ ਕੋਲ ਭਾਲਾ, ਕਿਸੇ ਕੋਲ ਤੀਰ ਕਮਾਨ, ਤੇ ਕਈ ਗੋਲੀਆਂ ਮਾਰ ਮਾਰ ਕੇ ਗੋਲੀਆਂ ਦਾ ਮੀਂਹ ਵਰਾਉਂਦੇ ਸਨ ਜੀ। ਕਰੇ ਸਿੰਘ ਘਾਇਲ ਮੋ ਤਬ ਹੀ ਤੇਰੇ ਲੋਹਗੜ੍ਹ ਮਾਹੀ। ਬਹੁਤ ਸਿੰਘਾਂ ਨੂੰ ਪਹਾੜੀਆਂ ਨੇ ਘਾਇਲ ਕਰ ਦਿੱਤਾ ਹੈ, ਜ਼ਖਮੀ ਕਰ ਦਿੱਤਾ ਹੈ। ਤਾਂ ਉਹ ਲੋਹਗੜ੍ਹ ਕਿਲੇ ਦੇ ਵਿੱਚ ਸਥਿਰ ਹੋ ਗਏ ਜੀ। ਇੱਕ ਸਨ ਦੇਤ ਨਵਹਿਰ ਕਟੋਚੇ ਸੋ ਭਟ ਹਜ਼ਾਰੋ ਪਾਹੀ। ਤੇ ਬਾਹਰ ਨਹੀਂ ਸਨ ਨਿਕਲਣ ਦਿੰਦੇ। ਕਟੋਚੀ ਦੇ ਪਾਸ ਹਜ਼ਾਰਾਂ ਸੂਰਮੇ ਮੌਜੂਦ ਸਨ ਜੀ। ਜੈ 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 ਮਰੇ ਮਰੇ ਪਹਿ ਦੇਖੇ ਕੂਕਰ ਜੰਬਕ ਖਾਏ। ਜਿੱਥੇ ਜਿੱਥੇ ਮਰੇ ਪਏ ਸਨ ਕੋਈ ਵੇਖਦਾ ਨਹੀਂ ਸੀ। ਤੇ ਉਹਨਾਂ ਲਾਸ਼ਾਂ ਨੂੰ ਕਵੀ ਜੀ ਆਖਦੇ ਹਨ ਕਿ ਕੁੱਤੇ ਤੇ ਗਿੱਦੜ ਖਾ ਰਹੇ ਸਨ ਜੀ। ਹਰ ਹਰ ਹਸੇ ਮਸਾਨ ਜੋਤ ਥਲ ਤੁਕ ਤੁਕ ਉਠ ਸਮੁਦਾਏ। ਇਸ ਤਰ੍ਹਾਂ ਕਹਿੰਦੇ ਨੇ ਕਿ ਮਸਾਨ ਹੱਸਦੇ ਧੁੱਕ ਤੋਂ ਫੁੱਟ ਕੇ ਚਲੇ ਜਾਂਦੇ ਸਨ ਜੀ। ਕਹੋ ਕਹਾਂ ਲਗ ਬੜ ਕਮਸਾਨਾ ਪਇਓ ਜੋਤ ਤਬ ਕੋਰਾ। ਕਿੱਥੋਂ ਤੱਕ ਵੱਡਾ ਭਿਆਨਕ ਕਮਸਾਨ ਦਾ ਯੁੱਧ ਹੋਇਆ ਜਿਹੜਾ ਉਹਦੇ ਬਾਰੇ ਬਿਆਨ ਕਰਾਂ ਜੀ। ਕਾਇਲ ਕਮੰਡ ਕਮ ਕਮੰਡ ਚੰਡ ਬੋ ਲਜਤ ਮੁਖ ਨੇ ਮੋਰਾ। ਕਹਿੰਦੇ ਘਾਲ ਘਮੰਡ ਘਮੰਡ ਚੰਡ ਬਹੁ। ਘਮੰਡ ਚੰਦ ਉਹਦਾ ਨਾਂ ਹੈ ਤੇ ਦੂਸਰਾ ਘਮੰਡ ਸ਼ਬਦ ਹੈ, ਉਹਦਾ ਅਰਥ ਹੈ ਅਹੰਕਾਰ। ਘਮੰਡ ਚੰਦ ਨੇ ਘਮੰਡ ਵਿੱਚ ਆ ਕੇ ਬਹੁਤ ਘਾਲਣਾ ਘਾਲੀ ਤੇ ਲੱਜਤ ਹੋ ਕੇ ਆਪਣਾ ਮੂੰਹ ਪਿਛਾਂਹ ਨਾ ਮੋੜਿਆ ਜੀ। ਭੂਤ ਪ੍ਰੇਤ ਨਾਚ ਨਿਅਰ ਗਾਵਤ ਮਨ ਪਾਵਤ ਰਨ ਹੇਰਾ।
ਇਸ ਤਰ੍ਹਾਂ ਕਵੀ ਜੀ ਕਹਿੰਦੇ ਕਿ ਜੰਗ ਦੇ ਮੈਦਾਨ ਦਾ ਇਹ ਦ੍ਰਿਸ਼ ਹੈ ਜੀ। ਕਾਕ ਤੰਕ ਕੀ ਕੂਕੇ ਕੂਕੀ ਸੁਨੀਅਤ ਭੀਮ ਵਡੇਰਾ। ਕੰਕਾਂ ਦੀਆਂ ਕਾਵਾਂ ਦੀਆਂ ਬਹੁਤ ਭਿਆਨਕ ਕੂਕਾਂ ਕੂਕਦੀਆਂ ਹੋਈਆਂ ਸੁਣਾਈ ਦੇ ਰਹੀਆਂ ਸਨ ਜੀ। ਰਿਤ ਬਰਿੰਦ ਮੰਡਰਾਵਤ ਪੂਜੈ ਸਰੋਣਤ ਬੈਭੋ ਚਾਲਾ। ਜਿਹੜੇ ਗਿਰਜਾਂ ਸਨ, ਵੱਡੀਆਂ ਇੱਲਾਂ ਹੁੰਦੀਆਂ ਸਨ ਜਿਹੜੀਆਂ ਗਿਰਜਾਂ ਕਹਿੰਦੇ ਸਨ ਉਹਨਾਂ ਨੂੰ, ਲੰਬੇ ਉਹਨਾਂ ਦੀ ਧੌਣ ਤੇ ਧੌਣ ਦੇ ਉੱਤੇ ਖੰਭ ਨਹੀਂ ਸਨ ਹੁੰਦੇ। ਉਹ ਬਹੁਤ ਮਾਸ ਖਾਂਦੀਆਂ ਸਨ ਤੇ ਉਹ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਸਾਡੀਆਂ ਸਹਾਈ ਹੁੰਦੀਆਂ ਸਨ। ਪਿਛਲੇ ਕਈ ਸਾਲਾਂ ਤੋਂ ਉਹ ਸਾਨੂੰ ਦਿਖਾਈ ਨਹੀਂ ਦਿੱਤੀਆਂ। ਜਦੋਂ ਕੋਈ ਮਰੇ ਹੋਏ ਪਸ਼ੂ ਨੂੰ ਨਗਰ ਦੇ ਬਾਹਰ ਜਾਂ ਸ਼ਹਿਰ ਦੇ ਬਾਹਰ ਬਣਾਈ ਹੋਈ ਜਗ੍ਹਾ ਤੇ ਸੁੱਟ ਆਉਂਦਾ ਸੀ ਤੇ ਸੁੱਟਣ ਵਾਲਾ ਉਹਦੀ ਖੱਲ ਲਾ ਕੇ ਲੈ ਆਉਂਦਾ ਸੀ, ਕਿਉਂਕਿ ਉਹਨੂੰ ਵੇਚ ਕੇ 4 ਰੁਪਏ ਵੱਟਦਾ ਸੀ। ਤੇ ਪਿੱਛੋਂ ਪਏ ਹੋਏ ਮਾਸ ਤੇ ਹੱਡ, ਉਹ ਮਾਸ ਇਹ ਜਾਨਵਰ ਖਾ ਲੈਂਦੇ ਸਨ, ਇਹ ਪੰਛੀ ਖਾ ਲੈਂਦੇ ਸਨ ਤੇ ਕੋਈ ਬਿਮਾਰੀ ਨਹੀਂ ਸੀ ਫੈਲਦੀ, ਕੇਵਲ ਹੱਡੀਆਂ ਦਾ ਪਿੰਜਰ ਹੀ ਰਹਿ ਜਾਂਦਾ ਸੀ। ਉਹ ਕਹਿੰਦੇ ਬਹੁਤ ਗਿਰਜਾਂ ਮੰਡਲਾ ਰਹੀਆਂ ਸਨ ਤੇ ਬਹੁਤ ਖੂਨ ਵਹਿ ਚੱਲਿਆ ਸੀ ਜੀ। ਵੱਡੇ ਨਿਸ਼ਾਨਨ ਕੇ ਪਟ ਫੜ ਰਹੇ ਰਹਿ ਗਏ ਬਾਂਸ ਵਿਸਾਲਾ। ਝੰਡਿਆਂ ਦੇ ਜਿਹੜੇ ਫਰਵੇ ਸਨ ਉਹ ਵੀ ਫਟ ਗਏ ਸਨ, ਕੇਵਲ ਵੱਡੇ ਵੱਡੇ ਬਾਂਸ ਹੀ ਖੜੇ ਰਹਿ ਗਏ ਸਨ ਜੀ। ਤ੍ਰਿਪਤ ਪਏ ਜੋ ਦਾਤਪ ਲੜ ਲੜ ਕਰ ਕਰ ਓਜ ਵਡੇਰਾ। ਯੋਧੇ ਫਿਰ ਲੜ ਲੜ ਕੇ ਤ੍ਰਿਪਤ ਹੋ ਗਏ। ਯੁੱਧ ਵਿੱਚ ਉਹਨਾਂ ਨੇ ਬਹੁਤ ਵੱਡੀ ਸ਼ਕਤੀ ਲਾਈ ਜੀ। ਮਰੇ ਹਜ਼ਾਰੋਂ ਕਾਇਲ ਹਵੇ ਕੇ ਥਕਿਓ ਬੋਲ ਬੋਟੇਰਾ। ਹਜ਼ਾਰਾਂ ਯੋਧੇ ਘਾਇਲ ਹੋ ਕੇ ਮਰ ਗਏ ਤੇ ਬਹੁਤ ਬੋਲਦਿਆਂ ਵੀ ਥੱਕ ਗਏ ਜੀ। ਮਰੇ ਸ਼ਸਤਰ ਗਨ ਬਿਖਰੇ ਜੈ ਕਹਿ ਤੁਮਰ ਤੀਰ ਤੁਫੰਗਾ। ਹੁਣ ਜਿੱਦਾਂ ਜਿੱਦਾਂ ਯੋਧਾ ਜੰਗ ਦੇ ਮੈਦਾਨ ਵਿੱਚ ਡਿੱਗ ਜਾਂਦਾ ਹੈ ਤੇ ਉਹਦਾ ਸ਼ਸਤਰ ਵੀ ਡਿੱਗਣਾ ਸੁਭਾਵਿਕ ਹੈ। ਕਿਸੇ ਦੇ ਕੋਲ ਨੇਜਾ ਹੈ, ਕਿਸੇ ਦੇ ਕੋਲ ਤਲਵਾਰ ਹੈ, ਕਿਸੇ ਦੇ ਕੋਲ ਤੀਰ ਕਮਾਨ ਹੈ, ਕਿਸੇ ਕੋਲ ਬੰਦੂਕ ਹੈ। ਜਿਹੜਾ ਵੀ ਮਰ ਜਾਂਦਾ ਹੈ ਉਹਦਾ ਸ਼ਸਤਰ ਜੰਗ ਦੇ ਮੈਦਾਨ ਵਿੱਚ ਡਿੱਗ ਜਾਂਦੇ ਤੇ ਕਵੀ ਜੀ ਕਹਿੰਦੇ ਜਿੱਥੇ ਕਿੱਥੇ ਸ਼ਸਤਰ ਖਿਲਰੇ ਹੋਏ ਸਨ, ਜਿੱਥੇ ਕਿੱਥੇ ਬਰਛੇ ਤੀਰ ਤੇ ਬੰਦੂਕਾਂ ਪਈਆਂ ਸਨ ਜੀ। ਖਰਗ ਸਿਪਰ ਜਮ ਤਰਬੋ ਖੰਜਰ ਕਿਰਤ ਮਿਰਤਕ ਤਨ ਸੰਗਾ। ਇਹ ਤਲਵਾਰ ਖੜਕ ਕਹਿੰਦੇ ਤਲਵਾਰ ਨੂੰ, ਸ਼ਿਪਰ ਕਹਿੰਦੇ ਢਾਲ ਨੂੰ। ਇਹ ਜਿਹੜੇ ਜਮ ਧਰ ਬਹੁ ਖੰਜਰ ਤੇ ਖੰਜਰਾਂ ਵੀ ਪਈਆਂ ਹੋਈਆਂ ਸਨ, ਕਟਾਰਾਂ ਵੀ ਪਈਆਂ ਹੋਈਆਂ ਸਨ। ਜਮ ਧਰ ਕਟਾਰਾਂ ਜੰਗ ਦੇ ਮੈਦਾਨ ਵਿੱਚ ਪਈਆਂ ਹੋਈਆਂ ਨੇ, ਖੰਜਰ ਪਏ ਹੋਏ ਨੇ। ਇਹ ਕਿਤਕ ਮਿਰਤਕ ਤਨ ਸੰਗਾ ਤੇ ਕਈ ਹਥਿਆਰ ਮਿਰਤਕ ਦੇ ਸਰੀਰ ਨਾਲ ਹੀ ਪਏ ਹੋਏ ਸਨ ਜੀ। ਮਰੇ ਤਰੰਗ ਪਰੇ ਜੁਤ ਜੀਨਨ ਤਰ ਉਪਰ ਗਨ ਲੋ ਥਾ। ਮਰੇ ਹੋਏ ਘੋੜੇ ਕਾਠੀਆਂ ਸਹਿਤ ਜੰਗ ਦੇ ਮੈਦਾਨ ਵਿੱਚ ਪਏ ਹੋਏ ਸਨ। ਕਈ ਲੋਥਾਂ ਹੇਠਾਂ ਉੱਤੇ ਪਈਆਂ ਹੋਈਆਂ ਸਨ। ਜਿੱਥੇ ਵੀ ਕਿਸੇ ਦੇ ਗੋਲੀ ਲੱਗੀ ਉੱਥੇ ਭਵਾਂਡਣੀ ਖਾ ਕੇ ਡਿੱਗ ਪਿਆ। ਥੱਲੇ ਪਹਿਲਾਂ ਕੋਈ ਮਰਿਆ ਪਿਆ ਏ ਤੇ ਉਹਦੇ ਉੱਤੇ ਉਹ ਵੀ ਡਿੱਗ ਪਿਆ। ਇਸ ਤਰ੍ਹਾਂ ਲੋਥ ਤੇ ਲੋਥ ਚੜ ਗਈ ਹੈ ਜੀ। ਕਿਤਕ ਸੌਰ ਮਰੇ ਅਸ ਸੂਸੇ ਦੌੜਤ ਪਗ ਤੇ ਪੋਥਾ। ਕਈ ਸਵਾਰ ਮਰ ਗਏ ਸਨ ਜਿਹੜੇ ਘੋੜਿਆਂ ਤੇ ਸਨ ਸੂਰਮੇ। ਜਦੋਂ ਉਹ ਮਰ ਕੇ ਜ਼ਮੀਨ ਦੇ ਉੱਤੇ ਡਿੱਗ ਪਏ, ਧਰਤੀ ਉੱਤੇ ਡਿੱਗ ਪਏ ਘੋੜੇ ਤੋਂ, ਤੇ ਖਾਲੀ ਘੋੜੇ ਜਿਹੜੇ ਉਹ ਦੌੜਦੇ ਫਿਰਦੇ ਸਨ
ਤੇ ਲੰਮੀਆਂ ਪਈਆਂ ਲੋਥਾਂ ਦੇ ਉੱਤੋਂ ਦੀ ਲੰਘਦੇ ਸਨ ਜੀ। ਸਗਰੇ ਬਾਸਰ ਮਚੀ ਲੜਾਈ ਭਾ ਤਬ ਸੰਧਿਆ ਕਾਲਾ। ਸਾਰਾ ਦਿਨ ਲੜਾਈ ਮੱਚੀ ਹੈ ਤੇ ਫਿਰ ਸ਼ਾਮ ਦਾ ਵੇਲਾ ਹੋ ਗਿਆ ਹੈ। ਉਹਨਾਂ ਸਮਿਆਂ ਵਿੱਚ ਦਿਨੇ ਦਿਨੇ ਲੜਾਈ ਹੁੰਦੀ ਸੀ, ਇੱਕ ਦੂਜੇ ਦੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਯੁੱਧ ਹੁੰਦੇ ਸਨ। ਅੱਜ ਦੇ ਸਮੇਂ ਵਿੱਚ ਬੰਦਾ ਕਿਤੇ ਬੈਠਾ ਵੀ ਕਿਸੇ ਨਾਲ ਲੜ ਸਕਦਾ ਹੈ। ਆ ਪਿਛੇ ਜੇ ਵਾਇਰਸ ਜਿਹੜੇ ਆਏ ਨੇ, ਇਹ ਵੀ ਕਿਤੇ ਨਾ ਕਿਤੇ ਜੰਗ ਦਾ ਕਾਰਨ ਹੀ ਦਿਸਦੇ ਨੇ। ਇਸ ਤਰ੍ਹਾਂ ਉਸ ਵੇਲੇ ਨਹੀਂ ਸੀ ਹੁੰਦਾ। ਉਸ ਵੇਲੇ ਤਾਂ ਤਾਕਤ ਦਿਖਾਉਣੀ ਪੈਂਦੀ ਸੀ, ਸਰੀਰ ਦੀ ਤਾਕਤ। ਹੁਣ ਦਿਮਾਗ ਦੀ ਤਾਕਤ ਜ਼ਿਆਦਾ ਦਿਖਾਈ ਜਾ ਰਹੀ ਹੈ। ਕਹਿੰਦੇ ਉਸ ਵੇਲੇ ਸਿੰਘ ਜਿਹੜੇ ਸਨ ਉਹ ਆਪਣਾ ਬਲ ਲਾ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਸਨ ਤੇ ਦਿਨੇ ਲੜਾਈ ਹੁੰਦੀ ਸੀ, ਰਾਤ ਨੂੰ ਹਨੇਰਾ ਹੁੰਦੇ ਲੜਾਈ ਬੰਦ ਹੋ ਜਾਂਦੀ ਸੀ। ਇਸ ਤਰ੍ਹਾਂ ਸਾਰਾ ਦਿਨ ਲੜਾਈ ਹੋਈ ਹੈ ਤੇ ਫਿਰ ਸ਼ਾਮ ਦਾ ਸਮਾਂ ਹੋਇਆ ਹੈ ਜੀ। ਉੱਠਣ ਲੱਗਿਓ ਜਬ ਨਿਰਪਤ ਕਟੋਚੀ ਛੁੱਟੀ ਤੋਂ ਪੰਗ ਕਰਾਲਾ। ਜਦ ਰਾਜਾ ਕਟੋਚੀ ਉੱਠਣ ਲੱਗਾ ਨਾ ਜੰਗ ਦੇ ਮੈਦਾਨ ਦੇ ਵਿੱਚੋਂ, ਤੇ ਉਸ ਵੇਲੇ ਬਹੁਤ ਬੰਦੂਕਾਂ ਚੱਲੀਆਂ ਜੀ। ਭਜਿਓ ਮਰਨ ਤੇ ਕਾਇਲ ਹਵੈ ਕਰ ਪੁਨ ਤਤਕਾਲ ਬੁਲਾਇਓ। ਕਹਿੰਦੇ ਇਹ ਜਿਹੜਾ ਕਟੋਚੀਆ ਹੈ, ਘਮੰਡ ਚੰਦ ਹੈ, ਇਹਦੇ ਵੀ ਫਿਰ ਆ ਕੇ ਗੋਲੀ ਲੱਗੀ ਹੈ ਪਰ ਮਰਨ ਤੋਂ ਬਚ ਗਿਆ ਹੈ। ਜ਼ਖਮੀ ਹੋ ਗਿਆ ਹੈ ਤੇ ਤੁਰੰਤ ਭੱਜ ਗਿਆ ਹੈ ਜੀ। ਸਨੇ ਸਨੇ ਤਬ ਹਟੇ ਪਹਾੜੀ ਥਕਤ ਲੋਹ ਪਰ ਖਾਰੋ। ਹੌਲੀ ਹੌਲੀ ਬਾਕੀ ਪਹਾੜੀਏ ਵੀ ਪਿੱਛੇ ਹਟ ਗਏ, ਕਿਉਂਕਿ ਲੋਹਾ ਬਰਸਾਉਂਦੇ ਥੱਕ ਗਏ ਸਨ ਜੀ। ਭੀਮ ਚੰਦ ਮੁਜਰਾਵਤ ਮੂਰਖ ਹੱਡ ਪਹੁੰਚੋ ਨਿਸੜੇਰੇ। ਭੀਮ ਚੰਦ ਜਿਹੜਾ ਏ ਮੁਰਝਾਵਤ, ਮੁਰਝਾ ਜਾਣਾ। ਕਹਿੰਦੇ ਭੀਮ ਚੰਦ ਮੂਰਖ ਮੁਰਝਾਇਆ ਹੋਇਆ ਪਿੱਛੇ ਹਟਿਆ ਤੇ ਪਿੱਛੇ ਹਟ ਕੇ ਆਪਣੇ ਡੇਰੇ ਤੇ ਪਹੁੰਚਾ ਹੈ ਜੀ। ਸੰਗ ਘਮੰਡ ਚੰਦ ਲੈ ਕਾਇਲ ਚਿੰਤਾ ਤਰਤ ਕਨੇਰਾ। ਤੇ ਨਾਲ ਜ਼ਖਮੀ ਘਮੰਡ ਚੰਦ ਨੂੰ ਲੈਣਾ ਕੀਤਾ ਹੈ ਭੀਮ ਚੰਦ ਨੇ। ਤੇ ਭੀਮ ਚੰਦ ਦੀ ਬਹੁਤ ਚਿੰਤਾ ਵੱਧ ਗਈ ਜੀ। ਸਗਲ ਚਮੂ ਜੀਵਤ ਜੋ ਬਚ ਰਹਿ ਥਕਤ ਹੋਏ ਕਰ ਆਏ। ਸਾਰੀ ਸੈਨਾ ਜਿਹੜੀ ਜਿਉਂਦੀ ਬਚੀ ਸੀ ਉਹ ਬਹੁਤ ਥੱਕ ਕੇ ਆਈ ਜੀ। ਕਾਇਲ ਕੇ ਤਕ ਨੀਠ ਨੀਠ ਕਰ ਪਹੁੰਚੇ ਦੁਖ ਬੁਲਾਏ। ਜਿਹੜੇ ਜ਼ਖਮੀ ਹੋ ਗਏ ਸਨ ਉਹ ਹੌਲੀ ਹੌਲੀ ਚੱਲਦੇ ਹੋਏ ਪਹੁੰਚੇ ਤੇ ਬੜਾ ਦੁੱਖ ਪਾ ਰਹੇ ਸਨ ਜੀ। ਸੋਨਤ ਸੰਗ ਰੰਗ ਮੈਂ ਰੰਗੇ ਤਨ ਪਰ ਜਮਿਓ ਬੇਸਾਲਾ। ਸਾਰੇ ਸਰੀਰ ਲਹੂ ਦੇ ਨਾਲ ਰੰਗੇ ਹੋਏ ਸਨ, ਜਿਨ੍ਹਾਂ ਦੇ ਸਰੀਰ ਤੇ ਜ਼ਖਮ ਹੋਏ ਸਨ ਤੇ ਤਨ ਉੱਤੇ ਬਹੁਤ ਲਹੂ ਜੰਮਿਆ ਹੋਇਆ ਸੀ ਜੀ। ਮਰੇ ਕਰਾਹੇ ਮਾਰ ਮਚੀ ਮੋ ਕਰ ਪਟ ਟੂਟੇ ਕਰਾਲਾ। ਤੇ ਜ਼ਖਮੀ ਪੈ ਜਿਹੜੇ ਉਹ ਕਰਾ ਰਹੇ ਸਨ, ਭਾਵ ਰੋ ਰਹੇ ਸਨ, ਪੁਕਾਰਾ ਕਰ ਰਹੇ ਸਨ। ਕਰਾਰੀ ਮਾਰ ਪਈ ਸੀ, ਕਈਆਂ ਦੇ ਹੱਥ ਪੈਰ ਟੁੱਟ ਗਏ ਸਨ ਜੀ। ਇਤ ਸਭ ਸਿੰਘਨ ਕਰੇ ਸੰਭਾਲਨ ਕਾਇਲ ਮੰਚਨ ਪਾਏ। ਇਧਰ ਸਿੰਘਾਂ ਨੇ, ਜਿਹੜੇ ਸਿੰਘ ਜ਼ਖਮੀ ਹੋ ਗਏ ਸਨ, ਉਹਨਾਂ ਦੀ ਸੰਭਾਲ ਕੀਤੀ ਹੈ। ਉਹਨਾਂ ਨੂੰ ਸੰਭਾਲ ਕੇ ਮੰਜਿਆਂ ਉੱਤੇ ਲੰਮੇ ਪਾ ਦਿੱਤੇ ਜੀ। ਪਰੇ ਕਹਾਰੇ ਮਾਲ ਮਚੀ ਬੋ ਕਰ ਪਟ ਫੂਟੇ ਕਰਾਲਾ। ਕਹਿੰਦੇ ਮਰੇ ਜਿਤਕ ਸੁਰ ਲੋਕ ਪਧਾਰੇ ਦਾ ਕਰੇ ਇੱਕ ਥਾਈ। ਜ਼ਖਮੀਆਂ ਨੂੰ ਤੇ ਮੰਜਿਆਂ ਦੇ ਉੱਤੇ ਪਾ ਦਿੱਤਾ ਹੈ,
ਪਰ ਜਿਹੜੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ, ਉਹਨਾਂ ਦਾ ਇੱਕ ਸਥਾਨ ਵਿਖੇ ਸਾਰੇ ਸਿੰਘਾਂ ਦਾ ਦਾਹ ਸੰਸਕਾਰ ਕੀਤਾ ਹੈ ਜੀ। ਭੋਰ ਲੋਹ ਗੜ ਭਜੇ ਨਿਗਾਰਾ, ਸਤਿਗੁਰ ਫਤਿਹ ਬੁਲਾਵੇ। ਪੌਰ ਕਹਿੰਦੇ ਨੇ ਦਰਵਾਜ਼ੇ ਨੂੰ, ਲੋਹਗੜ੍ਹ ਦੇ ਦਰਵਾਜ਼ੇ ਤੇ ਨਗਾਰਾ ਵੱਜਦਾ ਸੀ। ਸਾਰੇ ਸਤਿਗੁਰੂ ਜੀ ਨੂੰ ਫਤਿਹ ਬੁਲਾਉਂਦੇ ਸਨ ਜੀ। ਜਿਨ ਕੇ ਮੋਹ ਨ ਸ਼ੋਕ ਕਹਾਂ ਹੋਏ, ਸਿੱਖੀ ਸਦਾ ਕਮਾਵੇ। ਕਹਿੰਦੇ ਸਾਰੇ ਜਿਹੜੇ ਸਨ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਮੋਹ ਜਾਂ ਦੁੱਖ ਨਹੀਂ ਸੀ, ਉਹ ਗੁਰੂ ਦੇ ਸਿੰਘ ਜਿਹੜੇ ਸਦਾ ਹੀ ਸਿੱਖੀ ਕਮਾਉਂਦੇ ਸਨ ਜੀ। ਸਿਰ ਕਲਗੀਧਰ ਕੇ ਟਿਕ ਗਮਨੇ, ਕੇਤਕ ਦਰਸ਼ਨ ਕੀਨਾ। ਕਈ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਪਾਸ ਗਏ, ਕਈਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਜੀ। ਅਪਰ ਲੋਹ ਗਣ ਮੈਂ ਡਿਟ ਪੱਸੇ, ਗੁਰ ਪਗ ਮੈਂ ਚਿੰਤ ਦੀਨਾ। ਤੇ ਹੋਰ ਲੋਹਗੜ੍ਹ ਵਿੱਚ ਦ੍ਰਿੜ ਹੋ ਕੇ ਰਹਿੰਦੇ ਸਨ ਤੇ ਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਆਪਣਾ ਚਿੱਤ ਲਾਇਆ ਸੀ ਜੀ। ਜੁਦ ਵਾਰਤਾ ਸਰਬ ਸੁਣਾਈ, ਆਜ ਕਟੋਚੀ ਰੋਹਾ। ਸਿੰਘਾਂ ਨੇ ਜੰਗ ਦੇ ਮੈਦਾਨ ਦੀ ਸਾਰੀ ਵਾਰਤਾ ਦੱਸੀ ਹੈ। ਕਹਿੰਦੇ ਸਤਿਗੁਰੂ, ਅੱਜ ਜਿਹੜਾ ਕਟੋਚੀ ਰਾਜਾ ਉਹ ਬੜਾ ਗੁੱਸੇ ਵਿੱਚ ਆਇਆ ਸੀ ਜੀ। ਉਂਝ ਹੇਲ ਕਾਲਿਓ ਦੋ ਦਿਸ ਤੇ, ਬਜਿਓ ਲੋਹ ਸੋ ਲੋਹਾ। ਦੋਹਾਂ ਪਾਸਿਆਂ ਨੇ ਬਹੁਤ ਹੱਲੇ ਕੀਤੇ ਸਤਿਗੁਰੂ ਜੀ, ਬਹੁਤ ਲੋਹੇ ਨਾਲ ਲੋਹਾ ਵੱਜਿਆ ਜੀ। ਲਹਿਓ ਪ੍ਰਬਲ ਜਬ ਉਠਣ ਲਗਿਓ, ਤੈ ਗੁਲ ਕਾ ਲਗੀ ਟਿਕਾਈ। ਕਹਿੰਦੇ ਸਤਿਗੁਰੂ ਜੀ, ਅੱਜ ਕਟੋਚੀ ਰਾਜਾ ਜਿਹੜਾ ਹੈ ਨਾ, ਉਹ ਸਿੰਘਾਂ ਤੇ ਪ੍ਰਬਲ ਰਿਹਾ ਹੈ, ਭਾਰੂ ਰਿਹਾ ਹੈ, ਪਰ ਜਦ ਉੱਠਣ ਲੱਗਾ ਨਾ, ਕਿਸੇ ਥਾਂ ਉਸ ਦੇ ਇੱਕ ਗੋਲੀ ਲੱਗੀ ਹੈ ਜੀ। ਜੋਤਾ ਪੁੰਜ ਸੰਗ ਲੈ ਗਮਨਿਓ, ਗਏ ਮੂੰਡ ਪਸਤਾਈ। ਉਹ ਫਿਰ ਕੁਛ ਯੋਧੇ ਨਾਲ ਲੈ ਕੇ ਚਲੇ ਗਿਆ ਹੈ ਤੇ ਮੂਰਖ ਬਾਅਦ ਵਿੱਚ ਬਹੁਤ ਪਛਤਾਇਆ ਹੈ ਜੀ। ਰੱਬ ਜੀ ਘਾਇਲ ਸਿੰਘ ਪਏ ਬੋ, ਸਾਲ ਪਤਰ ਪਠਵਾਵੋ। ਇਹ ਆਖਿਆ ਪ੍ਰਭ ਜੀ, ਭਾਵ ਗੁਰੂ ਜੀ, ਬਹੁਤ ਸਿੰਘ ਜ਼ਖਮੀ ਹੋਏ ਨੇ, ਇਸ ਲਈ ਬਹੁਤ ਸਾਲ ਪੱਤਰ ਭੇਜੋ ਜੀ। ਕਿਰਪਾ ਕਰੋ ਤਨ ਪੀਰਾ ਹਰਿਕੈ, ਹੋਏ ਸਹਾਇ ਬਚਾਵੋ। ਸਤਿਗੁਰੂ ਜੀ, ਸਿੰਘਾਂ ਉੱਤੇ ਆਪ ਜੀ ਕਿਰਪਾ ਕਰੋ ਤੇ ਉਹਨਾਂ ਦੀ ਪੀੜਾ ਦੂਰ ਕਰੋ, ਸਹਾਇਕ ਹੋ ਕੇ ਉਹਨਾਂ ਨੂੰ ਬਚਾਵੋ ਜੀ। ਜਤਾ ਜੋਗ ਸਭ ਕੋ ਦੇ ਧੀਰਜ, ਸਤਿਗੁਰ ਨਿਕਟ ਬਿਠਾਏ। ਸਤਿਗੁਰੂ ਜੀ ਨੇ ਸਭ ਨੂੰ ਆਪਣੇ ਨੇੜੇ ਬਿਠਾ ਕੇ ਧੀਰਜ ਦਿੱਤਾ ਹੈ ਜੀ। ਹਿਤ ਕਾਇਲ ਅਰ ਸਭ ਸਿੰਘਨ, ਹਿਤ ਵਸਤ ਸਮੂਹ ਪਠਾਏ। ਜਿਹੜੇ ਜ਼ਖਮੀ ਹੋਏ ਮੰਜਿਆਂ ਤੇ ਪਏ ਸਨ, ਉਹਨਾਂ ਵਾਸਤੇ ਸਾਲ ਪੱਤਰ ਵੀ ਭੇਜੇ, ਉਹਨਾਂ ਵਾਸਤੇ ਲੋੜੀ ਦੀਆਂ ਸਾਰੀਆਂ ਵਸਤੂਆਂ ਭੇਜੀਆਂ ਜੀ। ਜਿਸ ਮੈਂ ਮਿਲੇ ਗਰੀਸ ਸਭ, ਜੈ ਕਟੋਚ ਮੈਂ ਪਾਲ। ਰਾਤ ਨੂੰ ਸਾਰੇ ਪਹਾੜੀ ਰਾਜੇ ਮਿਲੇ ਹਨ, ਜਿੱਥੇ ਰਾਜੇ ਕਟੋਚੀ ਦਾ ਡੇਰਾ ਸੀ ਜੀ। ਭੀਮ ਚੰਦ ਪੀਤੈ ਗਇਓ, ਰਾਜੇ ਰਾਣੇ ਜਾਲ। ਭੀਮ ਚੰਦ ਵੀ ਤੈ ਗਇਓ, ਰਾਜੇ ਰਾਣੇ ਜਾਲ। ਭੀਮ ਚੰਦ ਵੀ ਫਿਰ ਉੱਥੇ ਗਿਆ ਕਟੋਚੀ ਦੇ ਡੇਰੇ ਵਿੱਚ। ਬਹੁਤ ਸਾਰੇ ਰਾਜੇ ਰਾਣੇ ਭੀਮ ਚੰਦ ਦੇ ਨਾਲ ਸਨ ਜੀ। ਪੰਮਾ ਆਦ ਵਜੀਰ ਅਨੇਕ, ਮਿਲੇ ਸਿਆਣ ਸਮੁੱਤ ਵਿਵੇਕ। ਇਹ ਚੌਪਈ ਰੰਗ ਹੋ ਗਈ, ਇਹ ਵੱਖਰੇ ਵੱਖਰੇ ਛੰਦਾਂ ਦੀ ਚਾਲ ਹੈ। ਪੰਮਾ ਆਦ ਅਨੇਕਾਂ ਸਿਆਣੇ
ਤੇ ਸ਼੍ਰੇਸ਼ਟ ਬੁੱਧੀ ਵਾਲੇ ਵਜ਼ੀਰ ਆ ਕੇ ਮਿਲੇ ਹਨ ਜੀ। ਸਭਾ ਵਿਸਾਲ ਸਮੂਹ ਲਗਾਈ, ਚਾਰ ਮਸਾਲਾ ਭੋਜਵਾਲ ਤਾਈ। ਬਹੁਤ ਵੱਡੀ ਸਭਾ ਲਾਈ ਹੈ ਇਹਨਾਂ ਪਹਾੜੀ ਰਾਜਿਆਂ ਨੇ, ਝਾੜ ਅਤੇ ਮਸਾਲਾ ਬਹੁਤ ਜਗਾਈਆਂ ਹਨ ਜੀ। ਭੀਮ ਚੰਦ ਮਤ ਮੰਦ ਗਮਾਨੀ, ਸਭਨ ਸੁਨਾਮਤ ਗਿਰਾ ਬਖਾਨੀ। ਭੀਮ ਚੰਦ ਮਾੜੀ ਮਤ ਵਾਲਾ ਵੱਡਾ ਅਹੰਕਾਰੀ ਸੀ। ਸਾਰਿਆਂ ਨੂੰ ਸੁਣਾ ਕੇ ਭੀਮ ਚੰਦ ਨੇ ਆਖਿਆ ਹੈ ਜੀ। ਅਨਕ ਪ੍ਰਕਾਰਨ ਤੇ ਲੜ ਰਹੇ, ਨਹੀਂ ਮਨੋਰਥ ਕਯੋ ਨੂੰ ਲਹੇ। ਅਸੀਂ ਅਨੇਕ ਪ੍ਰਕਾਰ ਲੜ ਕੇ ਵੇਖ ਲਿਆ ਹੈ, ਪਰ ਕਿਸੇ ਤਰ੍ਹਾਂ ਆਪਣਾ ਮਨੋਰਥ ਪੂਰਾ ਨਹੀਂ ਕਰ ਸਕੇ ਜੀ। ਦਿਵਸ ਮਾਸ ਤੇ ਅਦਕ ਬਿਤਾਏ, ਲੜਤ ਰਹੇ ਕੰਸ ਭੁਟਕ ਪਾਏ। ਇੱਕ ਮਹੀਨੇ ਤੋਂ ਵੱਧ ਦਿਨ ਬਤੀਤ ਹੋ ਗਏ ਹਨ। ਅਸੀਂ ਲੜਦਿਆਂ ਲੜਦਿਆਂ ਬਹੁਤ ਸੂਰਬੀਰ ਮਰਵਾਏ ਹਨ ਜੀ। ਰਾਜਨੀਤ ਤੇ ਚਤੁਰ ਉਪਾਏ, ਸਕਲ ਵਿਚਾਰੋ ਚਿਤ ਕੋ ਲਾਏ। ਰਾਜਨੀਤੀ ਦੇ ਚਤੁਰ ਉਪਾਅ ਸਾਰੇ ਚਿਤ ਲਾ ਕੇ ਵਿਚਾਰ ਕਰੋ ਜੀ। ਬੜੋ ਬਹਾਦਰ ਕੇਸਰ ਚੰਦ, ਭੌਜ ਮਤੁੱਲਾ ਸੋ ਬ੍ਰੰਦ। ਕਹਿੰਦੇ ਕੇਸਰੀ ਚੰਦ ਬੜਾ ਵੱਡਾ ਬਹਾਦਰ ਸੀ, ਤੇ ਭਾਊ ਜਮਤੁੱਲਾ ਵੀ ਬਹੁਤ ਵੱਡਾ ਸੂਰਬੀਰ ਸੀ ਜੀ। ਦੋਨੋਂ ਜੋਧਾ ਮਰੇ ਜੁਝਾਰੇ, ਮੀਏ ਅਰ ਰਾਣੇ ਗਨ ਮਾਰੇ। ਇਹ ਆਪਣੇ ਦੋਵੇਂ ਵੱਡੇ ਯੋਧੇ ਜਿਹੜੇ ਸਨ, ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਯੋਧੇ, ਇਹ ਮਰ ਗਏ ਹਨ। ਮੀਏ ਤੇ ਰਾਣੇ ਬਹੁਤ ਮਰ ਗਏ ਹਨ ਜੀ। ਕਹਿ ਲੋ ਗਨੀਏ ਸਭ ਤੁਮ ਜਾਨੋ, ਸਰਿਓ ਨ ਕਾਰਜ ਮਰੇ ਮਹਾਨੋ। ਕਿੱਥੋਂ ਤੱਕ ਗਿਣਤੀ ਕਰੀਏ, ਤੁਸੀਂ ਸਾਰੇ ਜਾਣਦੇ ਹੀ ਹੋ। ਆਪਣਾ ਕਾਰਜ ਨਹੀਂ ਸਰਿਆ, ਪਰ ਆਪਣੇ ਬਹੁਤ ਮਹਾਨ ਯੋਧੇ ਮਾਰੇ ਗਏ ਹਨ ਜੀ। ਸਾਮ ਦਾਮ ਅਰ ਭੇਦ ਨ ਭਇਓ, ਡੰਡ ਉਪਾਏ ਚਰਥ ਰੋਕਿਓ। ਕਹਿੰਦੇ ਕਿ ਅਸੀਂ ਸਾਰੇ ਹੀਲੇ ਕਰਕੇ ਵੇਖ ਲਏ ਹਨ, ਕਿੱਥੋਂ ਤੱਕ ਗਿਣਤੀ ਕਰੀਏ। ਰਾਜਨੀਤੀ ਦੇ ਚਾਰੇ ਉਪਾਅ ਜੋ ਦੰਡ ਅਸੀਂ ਪਹਿਲਾਂ ਵੀ ਵਰਤ ਲਏ ਹਨ ਜੀ। ਇਹ ਤ੍ਰੈ ਪਾਸੇ ਬਨ ਆਵਤ, ਸੋ ਹਮ ਪ੍ਰਥਮ ਦੀਨ ਮਨ ਪਾਵਤ। ਕਹਿੰਦੇ ਇਹ ਸਾਨੂੰ ਸਾਮ ਦਾਮ ਭੇਦ ਤਿੰਨਾਂ ਵਿੱਚੋਂ ਪਿੱਛੋਂ ਵਰਤਣਾ ਚਾਹੀਦਾ ਸੀਗਾ। ਇਸ ਮਨ ਭਾਉਂਦੇ ਉਪਾਅ ਨੂੰ ਅਸੀਂ ਪਹਿਲਾਂ ਵਰਤ ਲਿਆ ਹੈ ਜੀ। ਕੁਛ ਥੋੜੋ ਨੇ ਭਇਓ ਵਿਚਾਰੋ, ਪਰਸੋ ਸੋਕ ਦੇਸ ਗਿਰ ਸਾਰੋ। ਕੁਝ ਥੋੜਾ ਵੀ ਵਿਚਾਰ ਨਹੀਂ ਕੀਤਾ, ਸਾਰੇ ਪਹਾੜੀ ਦੇਸ਼ ਵਿੱਚ ਸ਼ੋਕ ਫੈਲ ਗਿਆ ਹੈ ਜੀ। ਰਿਤਮ ਕਰਨ ਜੋ ਚਹੀਅਤ ਦੀਨ, ਸੋ ਅਬ ਕਰੋ ਵਿਚਾਰ ਪਰਵੀਨਾ। ਜਿਹੜੇ ਤਿੰਨੇ ਉਪਾਅ ਪਹਿਲਾਂ ਕਰਨੇ ਚਾਹੀਦੇ ਸਨ, ਉਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਹੁਣ ਕਰੋ ਜੀ। ਡੰਡ ਉਪਾਏ ਤਿਆਰ ਕਰ ਅਬੇ, ਸਾਮ ਆਦ ਕੋ ਕਰੀਏ ਸਬੈ। ਕਹਿੰਦੇ ਦੰਡ ਦੇ ਜਿਹੜੇ ਉਪਾਅ ਹਨ ਉਹਨਾਂ ਨੂੰ ਤਿਆਗ ਦੇਈਏ, ਸ਼ਾਮ ਦਾਮ ਤੇ ਭੇਦ ਆਦ ਉਪਾਅ ਵਰਤੀਏ ਜੀ। ਇਤੋ ਜਦ ਕਰ ਕ੍ਰੋਧ ਵਿਰੁੱਧੇ, ਚੌਂਦਿਸ ਤੇ ਆਨੰਦਪੁਰ ਰੁੱਤੇ। ਇਧਰ ਯੁੱਧ ਕਰਕੇ ਅਸੀਂ ਵਿਰੋਧ ਪਾ ਲਿਆ ਹੈ, ਚਾਰੇ ਪਾਸਿਆਂ ਤੋਂ ਆਨੰਦਪੁਰ ਨੂੰ ਰੋਕਿਆ ਹੈ ਜੀ। ਗੁਰ ਗੋਬਿੰਦ ਸਿੰਘ ਕੋ ਨਹਿ ਚਿੰਤਾ, ਆਨ ਮਿਲੇ ਸਿਖ ਬਹੁਰ ਬੇਅੰਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਚਿੰਤਾ ਨਹੀਂ ਹੈ, ਬਾਅਦ ਵਿੱਚ ਹੋਰ ਬੇਅੰਤ ਸਿੰਘ ਆ ਕੇ ਮਿਲਣਗੇ ਜੀ। ਨੈਣ ਜਮੂ ਕੀ ਚਾਹੇ ਬਸਾਲਾ, ਬਿਨਾ ਹੰਕਾਰੇ ਆਵਤ ਜਾਲਾ। ਉਹਨਾਂ ਨੂੰ ਫੌਜ ਦੀ ਜ਼ਿਆਦਾ ਚਾਹ ਵੀ ਨਹੀਂ ਹੈ,
ਬਿਨਾ ਬੁਲਾਏ ਹੋਰ ਬਹੁਤ ਸੈਨਾ ਆ ਜਾਵੇਗੀ ਜੀ। ਬਹੁਰ ਦਰਬ ਕੀ ਕਮੀ ਨ ਕਬਹੂ, ਚੌਂਦਿਸ ਤੇ ਆਨੇ ਸਿੱਖ ਹਬਹੂ। ਧਨ ਪਦਾਰਥ ਦੀ ਵੀ ਉਹਨਾਂ ਨੂੰ ਕੋਈ ਘਾਟ ਨਹੀਂ ਹੈ। ਚਾਰੇ ਪਾਸਿਆਂ ਤੋਂ ਸਾਰੇ ਸਿੱਖ ਧਨ ਲੈ ਕੇ ਆਉਂਦੇ ਹਨ ਜੀ। ਰਹੀ ਲੜਾਈ ਲਖੋ ਕਨੇਰੀ, ਨੈ ਕਾਇਲ ਹੋਏ ਸਭਿ ਸਵੇਰੀ। ਇਹ ਸਮਝੋ ਕਿ ਹਾਲੇ ਬਹੁਤ ਲੜਾਈ ਰਹਿੰਦੀ ਹੈ, ਉਹ ਕਿਸੇ ਸਮੇਂ ਵੀ ਮੰਨਣ ਵਾਲੇ ਨਹੀਂ ਹਨ ਜੀ। ਨਿਤ ਉਤਸਾਹ ਅਦਕ ਬਿਰਤਾਵਾ, ਕਿਮ ਆਨੰਦਪੁਰ ਚਹੁ ਸੁਟਾਵਾ। ਉਹ ਤਾਂ ਆਪਣੇ ਸੂਰਮਿਆਂ ਵਿੱਚ ਨਿਤ ਵੱਧ ਤੋਂ ਵੱਧ ਉਤਸ਼ਾਹ ਵਧਾਉਂਦੇ ਹਨ, ਪਰ ਮੈਂ ਕਿਸੇ ਤਰ੍ਹਾਂ ਵੀ ਆਨੰਦਪੁਰ ਛਡਵਾਉਣਾ ਚਾਹੁੰਦਾ ਸੀ ਜੀ। ਬਾਦਸ਼ਾਹ ਕੀ ਲਾਖੋ ਅਨੀ, ਜਿਤ ਕਿਤ ਤੇ ਮਿਲ ਆਵੇ ਕਲੀ। ਬਾਦਸ਼ਾਹ ਦੇ ਪਾਸ ਲੱਖਾਂ ਦੀ ਗਿਣਤੀ ਵਿੱਚ ਸੈਨਾ ਸੀ, ਜਿੱਥੋਂ ਕਿੱਥੋਂ ਮਿਲ ਕੇ ਇਕੱਠੀ ਹੋ ਕੇ ਆਉਂਦੀ ਹੈ ਜੀ। ਭੀਮ ਵਿਸਾਲਾ ਤੋਪ ਸੰਭੂਹਾ, ਘੇਰ ਚੌਂਦਿਸ ਕਾਲੇ ਹੂਹਾ। ਉਹਨਾਂ ਪਾਸ ਵਿਸ਼ਾਲ ਵੱਡੀਆਂ ਵੱਡੀਆਂ ਤੋਪਾਂ ਹੁੰਦੀਆਂ ਨੇ, ਚਾਰੇ ਪਾਸਿਆਂ ਤੋਂ ਘੇਰ ਕੇ ਹਮਲਾ ਕਰਾਂਗੇ ਜੀ। ਜਿਨ ਕੇ ਸੰਗ ਪੇ ਲੜਨ ਨਹਾਰੇ, ਅਨਕ ਸਿੰਘ ਰਨ ਕਰ ਮਰ ਮਾਰੈ। ਉਹਨਾਂ ਦੇ ਨਾਲ ਲੜਦੇ ਅਸੀਂ ਹਾਰਾਂਗੇ ਨਹੀਂ, ਲੜਦੇ ਰਵਾਂਗੇ। ਯੁੱਧ ਕਰਕੇ ਅਨੇਕਾਂ ਸਿੰਘਾਂ ਨੂੰ ਮਾਰਾਂਗੇ, ਇਹ ਅਸੀਂ ਆਪਣਾ ਉਦਮ ਜਾਰੀ ਰੱਖਾਂਗੇ ਜੀ। ਅਨ ਆਦ ਜਿਹਵੇ ਨ ਪ੍ਰਵੇਸ਼ਨ, ਤਿਗ ਕੇਰਾ ਕਾਲੇ ਅਵਸ਼ੇਸ਼ਣ। ਜੇ ਅਨਾਦ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ, ਵਿਸ਼ੇਸ਼ ਕਰਕੇ ਦਿਰੜ ਘੇਰਾ ਪਾਵਾਂਗੇ ਜੀ। ਕਈ ਮਾਸ ਮੈਂ ਕਾਇਲ ਹੋਏ, ਤੋ ਆਨੰਦਪੁਰ ਤਗੇ ਸੋਏ। ਕਈ ਮਹੀਨਿਆਂ ਵਿੱਚ ਵਿਆਕਲ ਹੋ ਜਾਣਗੇ, ਜਦੋਂ ਅੰਨ ਅੰਦਰ ਨਾ ਗਿਆ ਆਨੰਦਪੁਰ ਨੂੰ ਛੱਡ ਜਾਣਗੇ ਜੀ। ਬਿਨਾ ਸਾਹ ਕੀ ਸੈਨ ਕਨੇਰੀ, ਨੈ ਚਰ ਹੋਏ ਭਲੇ ਮੈਂ ਹੇਰੀ। ਕਹਿੰਦੇ ਮੈਂ ਭਲੀ ਪ੍ਰਕਾਰ ਵੇਖ ਲਿਆ ਹੈ ਕਿ ਬਾਦਸ਼ਾਹ ਦੀ ਸੈਨਾ ਤੋਂ ਬਿਨਾ ਇਹ ਹਾਰੇ ਨਹੀਂ ਜਾ ਸਕਦੇ। ਜੇ ਇਹਨਾਂ ਨੂੰ ਹਰਾਉਣਾ ਹੈ ਤੇ ਫਿਰ ਸਾਨੂੰ ਬਾਦਸ਼ਾਹ ਦੀ ਮਦਦ ਲੈਣੀ ਪਏਗੀ। ਹੁਣ ਇਹ ਭੀਮ ਚੰਦ ਇਹਦੀ ਪੇਸ਼ ਨਹੀਂ ਗਈ, ਹੁਣ ਕਹਿੰਦਾ ਵੀ ਬਾਦਸ਼ਾਹ ਦੀ ਔਰੰਗਜ਼ੇਬ ਦੀ ਮਦਦ ਲਈਏ। ਇਸ ਤਰ੍ਹਾਂ ਇਹ ਹੁਣ ਮਦਦ ਲੈਣੀ ਚਾਹੁੰਦਾ ਹੈ, ਹੌਸਲਾ ਹਾਰ ਗਿਆ ਹੈ। ਅਗਲਾ ਪ੍ਰਸੰਗ ਆਪਾਂ ਪਰਸੋਂ ਦੇ ਦਿਨ ਵਿਚਾਰ ਕਰਾਂਗੇ। ਕੱਲ ਸ਼ਨੀਵਾਰ ਹੈ ਤੇ ਹਫ਼ਤਾਵਾਰੀ ਦੀਵਾਨ ਸੱਜੇਗਾ। ਇਤਿਹਾਸ ਬਿਆਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।